ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਉਹਨਾਂ ਨੇ ਸਾਨੂੰ ਅੱਜ ਸ਼ਾਮ ਦਾ ਇਹ ਦੀਵਾਨ ਇਹ ਕਲਾਸ ਲਗਾਉਣ ਦਾ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਅੱਜ ਸਾਡੇ ਬੇਟੇ ਸਰਬਜੀਤ ਸਿੰਘ ਪ੍ਰਿੰਸ ਬੇਟਾ ਸਪੋਰਟ ਕਰ ਰਹੇ ਹੋ ਇਹਨਾਂ ਨੂੰ? ਹਾਂਜੀ ਅੱਜ ਸਾਨੂੰ ਜਾਪ ਦੀ ਸੇਵਾ ਹੀ ਕਰਾਣਗੇ ਜੀ। मूल मंत्र ते गुर मंत्र दा असी जाप करांगे। सतगुरु जी बख्शिश करन। हाँ जी वीर जी करो जी आराम जी। वाहिगुरु जी का खालसा वाहिगुरु जी की फतेह। एक ओंकार करता पुरख निर्भव निर्वैर अकाल मूरत अजूनी स्वैपन गुर प्रसाद एक ओंकार सतनाम करता पुरख निर्भव निर्वैर अकाल मूरत अजूनी गुर प्रसाद एक ओंकार सतनाम करता पुरख निर्भव निर्वैर अकाल मूरत अजूनी स्वैपन गुर प्रसाद सतनाम करता पुरख निर्भव निर्वैर अजूनी गुर प्रसाद ओंकार सतनाम करता पुरख निर्भव निर्वैर अकाल मूरत अजूनी स्वैपन गुर प्रसाद एक ओंकार सतनाम करता पुरख निर्भव निर्वैर अकाल मूरत अजूनी स्वैपन गुर प्रसाद वाहिगुरु 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 जी का खालसा वाहिगुरु जी की फतेह। गुरु प्यारे जी साध संगत जीओ जाप करदे भुलां चुकां गलतियां माफ करना अगे तो शुद्ध बाणी पढ़न ते जाप करन दा समर्थ बख्शण। वाहिगुरु जी का खालसा वाहिगुरु जी की फतेह। बहुत बहुत धन्यवाद वीर जी सरबजीत सिंह जी। आप जी ने सानू जाप नाल जोड़िया है। सतगुरु जी अपार बख्शिश करन। असी जो लड़ीवार रहराज साहब की विचार कर रहे हाँ। अज साडी 48वीं क्लास है जी। 23 मार्च तो शुरू होया सी, 23 24 ਨੂੰ ਇੱਕ टाइम ਤੇ 25 ਤੋਂ फिर सवेरे शाम 2 टाइम होने लग पई। यानी कल शाम साडी हाफ सेंचुरी पूरी हो जाएगी जी ऑनलाइन क्लासेस दी। चौपाई साहब दी विचार चौपाई साहब दे विचों जैम्स असी पहला भी विचारे ने, पर अज असी लड़ीवार सारी बाणी दी विचार करांगे। ते मैं बेनती करा सारे जने कापी पेन भी तैयार रखो। ते अच्छी गल है जे तुहाडे कोल गुटका होवे या स्टीक होवे तां जो असी पढ़ रहे हैं वो साडे सामने लिखिया हो। ते संगत जी जदों गुरु साहब ने बाणी रचना की
ਉਸ ਤੋਂ ਪਹਿਲਾਂ ਜਿੰਨਾ ਵੀ ਪਰਮਾਰਥ ਦਾ ਗਿਆਨ ਸੀ ਉਹ ਔਖੀ ਭਾਸ਼ਾ ਵਿੱਚ ਹੁੰਦਾ ਸੀ, ਸੰਸਕ੍ਰਿਤ ਭਾਸ਼ਾ ਵਿੱਚ ਹੁੰਦਾ ਸੀ। ਕਿਸੇ ਦੀ ਲੋੜ ਪੈਂਦੀ ਸੀ ਵੀ ਉਹ ਪੜ੍ਹ ਕੇ ਸੁਣਾਏਗਾ, ਜਿਵੇਂ ਦੇ ਉਹ ਅਰਥ ਕਰੇਗਾ ਉਵੇਂ ਲੋਕਾਂ ਨੂੰ ਪਤਾ ਲੱਗਦਾ। ਪਰ ਗੁਰੂ ਸਾਹਿਬ ਦੀ ਕਮਾਲ, ਉਹਨਾਂ ਨੇ ਲੋਕਾਂ ਦੀ ਬੋਲੀ ਵਿੱਚ ਬਾਣੀ ਰਚਨਾ ਕੀਤੀ। ਇਹ ਗੁਰੂ ਸਾਹਿਬ ਅਸਾਮ ਵਿੱਚ ਜਾ ਰਹੇ ਨੇ 9ਵੇਂ ਪਾਤਸ਼ਾਹ, ਤੇ ਉਹਨਾਂ ਦੀ ਬਾਣੀ ਦੇ ਵਿੱਚ ਹਿੰਦੀ ਦੇ ਸ਼ਬਦ ਆ ਰਹੇ ਨੇ ਤਾਂ ਕਿ ਉੱਥੇ ਦੇ ਲੋਕ ਜੋ ਵਰਤਦੇ ਨੇ ਉਹ ਬਾਣੀ ਵਿੱਚ ਵਰਤਦੇ। ਜਿਹੜੇ ਵੀ ਭਗਤ ਸਾਹਿਬਾਨ ਹੋਏ ਨੇ, ਜਿਸ ਇਲਾਕੇ ਦੇ ਹੋਏ, ਉਹਨਾਂ ਨੇ ਉਹ ਬੋਲੀ ਵਰਤੀ। ਸਨ 2004 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ ਸੀ। ਉਦੋਂ ਸਹਿਜ ਪਾਠ ਦੀ ਲਹਿਰ ਸਾਰੇ ਪੰਜਾਬ ਵਿੱਚ ਤੇ ਸਾਰੇ ਸੰਸਾਰ ਵਿੱਚ ਸ਼ੁਰੂ ਹੋਈ। ਇਸ ਤੋਂ ਪਹਿਲਾਂ ਲੋਕ ਗੁਰਬਾਣੀ ਦਾ ਪਾਠ ਕਰਨ ਤੋਂ ਡਰਦੇ ਸੀ ਵੀ ਹਾਏ ਗਲਤੀ ਨਾ ਹੋ ਜਾਏ, ਅਸੀਂ ਕਿਵੇਂ ਕਰ ਸਕਦੇ ਹਾਂ, ਇਹ ਤਾਂ ਭਾਈ ਸਾਹਿਬ ਕਰਨਗੇ। ਲੇਕਿਨ ਉਹ ਪਾਤਸ਼ਾਹ ਨੇ ਐਸੀ ਬਖਸ਼ਿਸ਼ ਕੀਤੀ, ਐਸੀ ਲਹਿਰ ਚੱਲੀ, ਔਰ ਮੈਨੂੰ ਉਸ ਲਹਿਰ ਚੋਂ ਇੱਕ ਬੜਾ ਵੱਡਾ ਇੱਕ ਚਾਨਣਾ ਹੋਇਆ ਕਿ 70 to 80% ਬਾਣੀ ਦੇ ਅਰਥ ਅਸੀਂ ਸਾਰੇ ਆਪ ਕਰ ਸਕਦੇ ਹਾਂ, ਸਿਰਫ ਧਿਆਨ ਨਾਲ ਪੜ੍ਹੀਏ ਜੀ। ਬਸ ਨਹੀਂ ਸਮਝ ਆਉਂਦਾ ਉਹਨੂੰ ਬਾਰ-ਬਾਰ ਪੜ੍ਹੀਏ, ਸੋਚ ਕੇ ਪੜ੍ਹੀਏ, ਕੁਝ ਲੱਭਣ ਦੀ ਬਿਰਤੀ ਨਾਲ ਪੜ੍ਹੀਏ, ਜਿਹਨੂੰ ਅਸੀਂ ਕਹਿੰਦੇ ਹਾਂ ਗੁਰਬਾਣੀ ਨੂੰ ਖੋਜੀ ਬਿਰਤੀ ਨਾਲ ਪੜ੍ਹੀਏ। ਲਿਖ ਲਓ ਜੀ, ਗਿਆਨ ਗੋਲਕ ਦੇ ਵਿੱਚ ਬੜਾ ਇੰਪੋਰਟੈਂਟ ਕੰਮ ਹੈ, ਗੁਰਬਾਣੀ ਨੂੰ ਖੋਜੀ ਬਿਰਤੀ ਨਾਲ ਪੜ੍ਹੀਏ। ਹੁਣ ਖੋਜੀ ਬਿਰਤੀ ਕੀ ਹੁੰਦਾ ਹੈ? ਜਿਹੜਾ ਕੁਝ ਲੱਭਦੀ ਹੈ ਵੀ ਅੱਜ ਕੀ ਨਵਾਂ ਹੈ। ਇਹ ਕੋਈ ਮੰਤਰ ਨਹੀਂ ਹੈ ਕਿ ਅਸੀਂ ਇਹਦਾ ਉਚਾਰਨ ਕਰਾਂਗੇ ਤੇ ਉਹਦੇ ਨਾਲ ਕੋਈ ਚਮਤਕਾਰ ਹੋ ਜਾਏਗਾ, ਨਹੀਂ। ਇਹ ਮੰਤਰਾਂ ਦਾ ਵੀ ਮੰਤਰ ਹੈ। ਇਹ ਐਸਾ ਮੰਤਰ ਹੈ ਜਿਹੜਾ ਸਾਡੇ ਮਨ ਨੂੰ ਰੁਸ਼ਨਾਉਂਦਾ ਹੈ, ਸਾਡੇ ਮਨ ਨੂੰ ਗਿਆਨ ਦਿੰਦਾ ਹੈ, ਸਾਡੇ ਮਨ ਨੂੰ ਸਮਝਾਉਂਦਾ ਹੈ, ਸਾਡੇ ਮਨ ਨੂੰ ਕਾਬੂ ਕਰਦਾ ਹੈ। ਬੇਅੰਤ ਬਖਸ਼ਿਸ਼ਾਂ ਨੇ ਤੇ ਬੜੀ ਗਹਿਰਾਈ ਹੈ। ਪਰ ਮੈਂ ਆਰੰਭ ਕਰਾਂ, ਬੇਨਤੀ ਕਰਾਂ, ਅਸੀਂ ਸਾਰੇ ਜਣੇ ਧਿਆਨ ਨਾਲ ਪੜ੍ਹੀਏ, ਉਹਦੇ ਨਾਲ ਹੀ ਬਹੁਤੀ ਬਾਣੀ ਦੇ ਅਰਥ ਸਾਨੂੰ ਸਮਝ ਆ ਜਾਣਗੇ। ਦੇਖੋ ਕਿੰਨਾ ਸੌਖਾ ਹੈ ਜੀ। ਚੌਪਈ ਸਾਹਿਬ ਪਾਤਸ਼ਾਹੀ 10ਵੀਂ, ਕੱਬਿਓ ਬਾਚ ਬੇਨਤੀ। ਆਹਾ, ਇਹ ਬੜਾ ਪਿਆਰੀ ਗੱਲ ਹੈ ਜੀ। ਬੇਨਤੀ ਤੇ ਅਸੀਂ ਕਦੇ ਰੁਕੇ ਹੀ ਨਹੀਂ। ਚੌਪਈ ਤੇ ਹੋ ਗਏ 4 ਪੱਦਿਆਂ ਵਾਲੀ, ਬੇਨਤੀ ਕਰ ਰਹੇ ਹਾਂ। ਓਹੋ ਕੱਬਿਓ ਬਾਚ, ਉਹਦੀ ਬਖਸ਼ਿਸ਼ ਨਾਲ ਮੈਂ ਕਹਿ ਰਿਹਾ ਵਾਂ। ਕੀ ਕਹਿ ਰਿਹਾ? ਬੇਨਤੀ ਕਰ ਰਿਹਾ। ਕੀ ਬੇਨਤੀ ਕਰ ਰਿਹਾ? ਆਹਾ, ਅੱਛਾ ਕਹਿੰਦੇ ਨੇ ਹਮਰੀ ਕਰੋ ਹੱਥ ਦੇ ਰੱਛਾ। ਸਾਰੇ ਕਿਰਪਾ ਕਰੋ ਜੀ, ਘਰਾਂ ਵਿੱਚ ਬੈਠੇ ਮੁਸਕਰਾ ਕੇ ਬੋਲੋ ਜੀ, ਹਮਰੀ ਕਰੋ ਹੱਥ ਦੇ ਰੱਛਾ। ਦੇ ਨਹੀਂ ਹੈ, ਦੇ। ਲਾਂ ਦੁਲਾਂ ਦੀ ਬਹੁਤੀ ਸਾਡੀ ਜਿਹੜੀ ਬਾਣੀ ਦੀ ਉਚਾਰਨ ਦੀ ਗਲਤੀ ਹੈ ਨਾ, ਉਹ ਲਾਂ ਦੁਲਾਂ ਦੀ ਹੈ। ਉੱਥੇ ਦੁਲਾਵਾਂ ਲੱਗੀਆਂ ਅਸੀਂ ਲਾਂ ਪੜ ਦਿੰਦੇ ਹਾਂ। ਬਸ ਆਖੇ ਗੋਪੀ ਤੇ ਗੋਬਿੰਦ ਪੜ ਦਾਂਗੇ, ਹੈਗਾ ਆਖੇ ਗੋਪੀ ਤੈ ਗੋਬਿੰਦ। ਰਾਜਪਾਲ ਵੀਰ ਜੀ ਨੇ ਸਾਨੂੰ ਮੁਹਾਰਨੀ ਕਰਾਈ ਸੀ। ਦੁਲਾਵਾਂ ਲੱਗੀਆਂ ਦੈ, ਹਮਰੀ ਕਰੋ, ਸਾਡੀ ਕਰੋ। ਕੀ ਕਰੋ ਜੀ? ਹੱਥ ਦੇ ਰੱਛਾ, ਹੱਥ ਦੇ ਕੇ ਸਾਡੀ ਰੱਖਿਆ ਕਰੋ। ਹੋਰ ਕੀ ਬੇਨਤੀ ਕਰ ਰਹੇ ਹਾਂ ਜੀ? ਬੇਨਤੀ ਹੈ, ਯਾਦ ਰੱਖਣਾ ਹੈ। ਕੱਬਿਓ ਬਾਚ ਬੇਨਤੀ ਚੌਪਈ, ਸਾਰੀ ਬੇਨਤੀ ਹੈ। ਆਹਾ, ਹੁਣ ਕੀ ਬੇਨਤੀ ਕਰ ਰਹੇ ਹਾਂ? ਪੂਰਨ ਹੋਏ, ਪੂਰਨ ਹੋਏ, ਪੂਰੀ ਹੋਵੇ। ਕੀ ਪੂਰੀ ਹੋਵੇ? ਚਿੱਤ ਕੀ ਇੱਛਾ, ਮੇਰੇ ਚਿੱਤ ਦੀ ਇੱਛਾ ਪੂਰੀ ਹੋ ਜਾਏ। ਕਿਹੜੀ ਇੱਛਾ ਹੈ ਜੀ? ਤਵ ਚਰਨਨ, ਤਵ ਚਰਨਨ, ਤੇਰੇ ਚਰਨਾਂ ਵਿੱਚ ਮਨ ਰਹਿ ਹਮਾਰਾ। ਆਹ, ਸਾਡਾ ਮਨ ਤਾਂ ਕਿਤੇ ਹੋਰ ਹੀ ਰਹਿੰਦਾ ਜੀ। ਸਾਡਾ ਮਨ ਮਾਇਆ ਵਿੱਚ ਰਹਿੰਦਾ ਹੈ, ਸਾਡਾ ਮਨ ਪਰਿਵਾਰ ਵਿੱਚ ਰਹਿੰਦਾ ਹੈ, ਸਾਡਾ ਮਨ ਪ੍ਰਭਤਾ ਵਿੱਚ ਰਹਿੰਦਾ ਹੈ, ਆਪਣੀ ਵਾਹਵਾ ਕਰਾਨ ਚ ਰਹਿੰਦਾ ਹੈ, ਸਾਡਾ ਮਨ ਨਾਟਕ ਚੇਟਕ ਦੇਖਣ ਵਿੱਚ ਰਹਿੰਦਾ ਹੈ। ਪਰ ਨਹੀਂ, ਇੱਥੇ ਅਸੀਂ ਬੇਨਤੀ ਕਰ ਰਹੇ ਹਾਂ, ਤੇਰੇ ਚਰਨਾਂ ਵਿੱਚ ਮਨ ਰਹਿ ਹਮਾਰਾ। ਕਿਸੇ ਕੋਲ ਪੁੱਛਣ ਦੀ ਲੋੜ ਨਹੀਂ, ਹੌਲੀ ਹੌਲੀ ਬੋਲੋ, ਅਰਥ ਸਮਝ ਆਉਂਦੇ ਨੇ। ਆਹ, ਹੋਰ ਕੀ ਬੇਨਤੀ ਕਰ ਰਹੇ ਹਾਂ ਜੀ?
अपना जान करो प्रतिपारा। प्रतिपारा पालना करो, किवें पालना करो? अपना जान के। आहा, जे कोई सानू अपना जान लवे, अपना बना लवे, ते फिर असीं निश्चिंत हो जाने भी वो सानू अपना, साडे अपने ने। भगत बेनती करदा परमात्मा नू कि अपना जान के मेरी प्रतिपालना कर। होर की बेनती है जी? हमरे दुष्ट, हमरे दुष्ट, साडे दुश्मन, सबे तुम कावो। कावो मैंने नाश कर दो, मार दो, मुका दो। हुण दुष्ट केड़े ने जी? गवांढी, कोई बिजनेस दे कंपीटीटर, कोई रिश्तेदार शरीके वाले? ना ना ना, इत्थे दुष्ट ने साडे विकार, साडे मन विच पैदा हुंदियां गलत इच्छावां, साडे मन विच पैदा हुंदे किसी दा नुकसान करन दी इच्छा, साडे मन दे गुस्से गिले, ਉਹਨੇ ਮੇਰੇ ਨਾਲ ਐਵੇਂ ਨਹੀਂ ਕੀਤਾ, ਉਹਨੇ ਐਵੇਂ ਨਹੀਂ ਕੀਤਾ, ਉਹਨੂੰ ਐਵੇਂ ਕਰਨਾ ਚਾਹੀਦਾ ਸੀ, ਉਹਦਾ ਫਰਜ਼ ਨਹੀਂ ਸੀ ਬਣਦਾ। ਕਿੰਨੇ ਹੀ ਗੁੱਸੇ ਗਿਲੇ ਅਸੀਂ ਕਿੰਨਿਆਂ ਪ੍ਰਤੀ ਰੱਖੇ ਹੋਏ ਨੇ, ਖਿਮਾ ਹੀ ਨਹੀਂ ਕਰਦੇ। ਇਹ ਸਾਡੇ ਵਿਕਾਰ ਸਾਡੇ ਦੁਸ਼ਮਣ ਨੇ। ਲਿਖ ਲਓ ਜੀ, ਸਾਡੇ ਅਸਲ ਦੁਸ਼ਮਣ ਸਾਡੇ ਵਿਕਾਰ ਹਨ। ਸਾਡੇ ਅਸਲ ਦੁਸ਼ਮਣ ਸਾਡੇ ਵਿਕਾਰ ਹਨ। ਇੱਥੇ ਪਾਤਸ਼ਾਹ ਕਹਿੰਦੇ ਨੇ ਹਮਰੇ ਦੁਸ਼ਟ ਸੁਭੇ ਤੁਮ ਕਾਹੂ। ਹੋਰ ਕੀ ਕਰੋ ਜੀ? ਆਪ ਹੱਥ ਦੇ ਮੋਹਿ ਬਚਾਵੋ, ਆਪ ਹੱਥ ਦੇ ਮੋਹਿ ਬਚਾਵੋ। ਆਪ ਹੱਥ ਦੇ ਕੇ ਮੈਨੂੰ ਬਚਾ ਲਵੋ। ਹੋਰ ਕੀ ਬੇਨਤੀ ਹੈ ਜੀ? ਸੁਖੀ ਬਸੈ मोरो परिवारा, मेरा परिवार सुखी वसे। मेरा परिवार हुन है केड़ा? सेवक सिख सभै करतारा। सारे सेवक सिख करतार ने परमात्मा ने बनाए, सारे तेरे सेवक, यही मेरा परिवार है। बड़ा वड्डा परिवार है बई साडा। ये खालसे नू ਤੇ ਸਾਰੇ ਮਨੁੱਖ ਜਾਤੀ ਨੂੰ, ਸਾਰੀ ਕ੍ਰੀਏਸ਼ਨ ਨੂੰ ਅਸੀਂ ਆਪਣਾ ਪਰਿਵਾਰ ਸਮਝ ਲਈਏ, ਫਿਰ ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰ ਸਕਾਂਗੇ। ਵਾਹ ਜੀ। ਹੋਰ ਕੀ ਬੇਨਤੀ ਅੱਛਾ ਕਰ ਰਹੇ ਨੇ? ਮੋਰ ਅੱਛਾ ਨਿਜ ਕਰਦੈ ਕਰੀਏ। ਸਾਰੇ ਨਾਲ ਨਾਲ ਬੋਲੋ ਵੀ, ਲਿਖੀ ਵੀ ਚੱਲੋ ਤੇ ਰੰਗ ਵਿੱਚ ਰਤੇ ਜਾਈਏ। ਮੋਰ ਅੱਛਾ ਨਿਜ, ਨਿਜ ਮੈਨੇ ਆਪਣਾ, ਕਰ ਮੈਨੇ ਕੀ ਹੋਇਆ ਜੀ? हथ। वाह जी वाह। अपना हथ दे के मेरी रक्षा करो। मोह रक्षा निज कर दे करिए, सब बैरन को आज संघरिए। सारे वैरियां नू अज मुका दे। अखां नाल मैं गलत देखदा, मेरी दृष्टि विच विकार है, ये भी वैरी मेरे विचों मुका दिओ। ਕੰਨਾਂ ਨਾਲ मैं निंदिया सुन के बड़ा खुश होना, ये वैरी मेरा जिहड़ा ना निंदिया, इनू मुका दिओ। ਮੂੰਹ ਨਾਲ ਮੈਂ ਬੜੀ ਨਿੰਦਾ ਕਰਦਾ। ਸਾਡਾ ਸੁਭਾਅ ਹੈ ਜਿੱਥੇ ਜਾਂਦੇ ਆ ਗਲਤੀਆਂ ਲੱਭਦੇ ਆ, ਲਾ ਕੇ ਗੱਲ ਕਰਨੇ ਆ। ਲਿਖੋ ਜੀ, ਕਦੇ ਵੀ ਕਿਸੇ ਨੂੰ ਲਾ ਕੇ ਗੱਲ ਨਾ ਕਰੀਏ। ਇਹ ਲਾ ਕੇ ਦਾ ਕੀ ਮਤਲਬ ਹੁੰਦਾ ਜੀ? ਅੱਛਾ, ਬਾਣੀ ਚ ਕਹਿੰਦੇ ਨੇ ਵੀ ਇੱਕ ਫਰਮਾਨ, ਜੇ ਤਉ ਪ੍ਰਿਆ ਕੀ ਸਿੱਖ ਹਿਆਉ ਨਾ ਠਾਹੇ ਕਹੀ ਦਾ। मैं सोचदा अनजाने विच असीं किन्नियां दा दिल दुखांदे रहने आ। ये भी साडा विकार है, ये भी साडा वैरी है। पातशाह कहंदे ने सारे वैरी मेरे मुका दे। होर की कहंदे जी? पूरन होए हमारी आसा, पूरी होवे साडी इच्छा। अगे जदों मैं ये फरमान आंदा सी ना ते मेरे मन च आंदा सी, मेरा वो काम बन जाए, मेरा वो बन जाए, वो बन जाए। संगत जी, बड़ी देर बाद समझ आई, पूरन हुए हमारी आसा। केड़ी आसा? अगली लाइन गुरबाणी दे सारे फरमान ना अगली पिछले फरमान नाल जुड़े हुए ने। कई बारी असी एक लाइन कट लैंदे आ ते कई बारी अपने हिसाब नाल अर्थ बना लैंदे आ। वो अर्थ कई बारी ठीक भी होंदे ने, कई बारी बहुत अनर्थ भी हो जाता है। पर जिहड़ा कॉन्टेक्स्ट है, पूरन होए हमारी आसा। केड़ी आसा? तोर भजन की रहे प्यासा। हाय हाय,
ਵਾਹਿਗੁਰੂ ਜੀ ਤੇਰੇ ਭਜਨ ਦੀ ਮੈਨੂੰ ਪਿਆਸ ਲੱਗੀ ਰਵੇ। ਜਿੰਨੀ ਸਾਡੇ ਮਨ ਅੰਦਰ ਭਜਨ ਦੀ ਪਿਆਸ ਲੱਗੇਗੀ ਓਨਾ ਸੰਗਤ ਜੀ ਆਨੰਦ ਬਣੇਗਾ। ਜਿਵੇਂ ਕਿਸੇ ਚੀਜ਼ ਨੂੰ ਖਾਣ ਦੀ ਇੱਛਾ ਹੁੰਦੀ ਹੈ ਨਾ ਤੇ ਅਸੀਂ ਉਹ ਪ੍ਰਾਪਤੀ ਕਰਕੇ ਸੰਤੁਸ਼ਟ ਹੋ ਜਾਂਦੇ ਹਾਂ, ਤੇ ਸਾਡੇ ਅੰਦਰ ਭਜਨ ਦੀ ਪਿਆਸ ਭਜਨ ਦੀ ਭੁੱਖ ਹੋ ਜਾਵੇ ਤੇ ਸਾਡਾ ਜਿਹੜਾ ਹੈ ਅੰਦਰ ਉਧਾਰ ਹੋ ਜਾਏਗਾ। ਹੋਰ ਕੀ ਬੇਨਤੀ ਕਰ ਰਹੇ ਨੇ, ਬੇਨਤੀ ਯਾਦ ਰੱਖਣਾ ਜੀ, ਕਬਿਓ ਬਾਜ ਬੇਨਤੀ ਬੇਨਤੀ ਕਰਦੇ। ਇੱਕ ਵੀਰ ਸਾਡੇ ਬੜੇ ਪਿਆਰੇ ਇੱਕ ਦਿਨ ਆ ਕੇ ਕਹਿੰਦੇ, ਵੀਰ ਜੀ ਮੈਨੂੰ ਅੱਜ ਪਤਾ ਲੱਗਾ ਵੀ ਚੌਪਈ ਵਿੱਚ ਅਸੀਂ ਬੇਨਤੀਆਂ ਕਰ ਰਹੇ ਹਾਂ। ਅੱਗੇ ਫਟਾਫਟ ਪੜ ਜਾਂਦੇ ਸੀ ਅੰਮ੍ਰਿਤ ਕਬਿਓ ਬਾਜ ਬੇਨਤੀ ਚੌਪਈ। ਕਹਿੰਦੇ ਜੀ ਅੱਜ ਮੇਰਾ ਮਨ ਬੇਨਤੀ ਤੇ ਟਿਕਿਆ ਵੀ ਦੇਖੋ ਸਾਰੀਆਂ ਗੱਲਾਂ ਅਸੀਂ ਬੇਨਤੀਆਂ ਕਰ ਰਹੇ ਹਾਂ, ਗਿਣਤੀ ਕਰੀਏ ਕਿੰਨੀਆਂ ਬੇਨਤੀਆਂ ਕਰ ਰਹੇ ਹਾਂ। ਓਏ ਅਗਲੀ ਬੇਨਤੀ ਕਰ ਰਹੇ ਹਾਂ, ਤੁਮੈ ਛੱਡ ਕੋਈ ਅਵਰ ਨਾ ਧਿਆਨ। ਪਰਮਾਤਮਾ ਜੀ ਤੈਨੂੰ ਛੱਡ ਕੇ ਮੈਂ ਕਿਸੇ ਹੋਰ ਨੂੰ ਯਾਦ ਨਾ ਕਰਾਂ। ਕੋਈ ਜੰਤਰ ਮੰਤਰ ਤੰਤਰ ਸਿਆਣਾ ਪੰਡਤ ਜੋਤਸ਼ੀ ਕੋਈ ਦੇਹਧਾਰੀ, ਪਰਮਾਤਮਾ ਕਿਰਪਾ ਕਰ ਮੈਂ ਸਿੱਧਾ ਤੇਰੇ ਨਾਲ ਜੁੜਿਆ ਰਵਾਂ ਤੇ ਜੋ ਬਰ ਚਾਹੂੰ ਸੋ ਤੁਮ ਤੇ ਪਾਵਾਂ। ਬੜੀ ਬਖਸ਼ਿਸ਼ ਹੈ। ਕਿਉਂ ਅਸੀਂ ਚੀਜ਼ਾਂ ਨਾਲ ਨਹੀਂ ਜੁੜਨਾ? ਕਿਉਂਕਿ ਬਾਕੀ ਸਾਰੇ ਨਾਸ਼ਵੰਤ ਨੇ। ਜਿਹੜੇ ਕਿਸੇ ਸੰਤਾਂ ਨਾਲ ਜੁੜੇ ਨੇ, ਚੰਗੇ ਸੰਤ ਤੇ ਚਲੋ ਮੁਬਾਰਕ ਨੇ। ਜਿਹੜੇ ਦੇਹਧਾਰੀ ਪਖੰਡੀਆਂ ਨਾਲ ਜੁੜ ਗਏ, ਹੁਣ ਉਹਨੂੰ ਮਿਲਣ ਜਾਓ ਪਖੰਡੀ ਨੂੰ ਤੇ ਉਹ ਕਹਿੰਦਾ ਜੀ ਉਹ ਸੁੱਤੇ ਹੋਏ ਨੇ ਮਹਾਂਪੁਰਖ ਜੀ, ਮਹਾਂਪੁਰਖ ਇੰਗਲੈਂਡ ਗਏ ਹੋਏ ਨੇ ਜੀ, ਫਿਰ ਕੀ ਕਰੋਗੇ? ਐਸੇ ਨਾਲ ਜੁੜੋ ਜਿਹੜਾ ਹਰ ਵੇਲੇ ਤੁਹਾਡੇ ਕੋਲ ਹੋਵੇ ਤੇ ਜਿਹੜਾ ਕਦੇ ਮਰੇ ਵੀ ਨਾ, ਕਦੇ ਨਾਸ ਵੀ ਨਾ ਹੋਵੇ। ਉਹ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਹੈ। ਤੁਮੇ ਛਾੜ ਕੋਈ ਅਵਰ ਨਾ ਧਿਆਨ। ਜਿਹੜਾ ਬਰ ਚਾਵਾਂ, ਜਿਹੜੀ ਮਰੀ ਮਨ ਦੀ ਇੱਛਾ ਹੋਵੇ ਸੋ ਤੁਮ ਤੇ ਪਾਉ। ਵਾਹਿਗੁਰੂ ਜੀ ਮੈਂ ਤੁਹਾਡੇ ਤੋਂ ਹੀ ਪ੍ਰਾਪਤ ਕਰਾਂ, ਕਿਤੋਂ ਹੋਰ ਮੈਨੂੰ ਕੋਈ ਰਸਤਾ ਨਾ ਵਿਖਾ। ਇਹ ਬੇਨਤੀ ਕਰਦੇ ਆ ਚੌਪਈ ਵਿੱਚ। ਸੇਵਕ ਸਿੱਖ ਹਮਾਰੇ ਤਾਰੀ ਹੈ। ਮੇਰੇ ਸੇਵਕ ਸਿੱਖ ਸਾਰੇ ਤਰ ਜਾਣ, ਚੁਨ ਚੁਨ ਸਤਰ ਹਮਾਰੇ ਮਾਰੀ। ਤੀਜੀ ਵਾਰੀ ਕਹਿ ਰਹੇ ਹਾਂ ਵੀ ਸ਼ਤਰੂ ਸਾਡੇ ਮਾਰ ਦਿਓ। ਇਹ ਸ਼ਤਰੂ ਕੋਈ ਮੁਗਲ ਨਹੀਂ ਨੇ, ਇਹ ਸ਼ਤਰੂ ਕੋਈ ਦੁਨਿਆਵੀ ਬੰਦੇ ਨਹੀਂ ਨੇ। ਬਾਰ ਬਾਰ ਇਹ ਸ਼ਤਰੂ ਸਾਡੇ ਆਪਣੇ ਵਿਕਾਰਾਂ ਦੇ ਵਿਚਾਰ। ਇਹ ਵੀ ਵੱਡਾ ਵੱਡਾ ਲਿਖ ਲਓ ਜੀ, ਵਿਕਾਰਾਂ ਦੇ ਵਿਚਾਰ। ਕਿਉਂਕਿ ਸਭ ਤੋਂ ਪਹਿਲਾਂ ਵਿਚਾਰ ਪੈਦਾ ਹੁੰਦਾ ਹੈ, ਉਸ ਤੋਂ ਬਾਅਦ ਅਸੀਂ ਵਿਕਾਰ ਕਰਦੇ ਹਾਂ। ਫੁਰਨਾ ਪੈਦਾ ਹੁੰਦਾ ਵੀ ਇਹ ਵਿਕਾਰ ਕਰ, ਫਿਰ ਅਸੀਂ ਕਰਦੇ। ਜੇ ਇਹ ਵਿਕਾਰਾਂ ਦੇ ਵਿਚਾਰ ਚਲੇ ਜਾਣ, ਇਹੀ ਸਾਡੇ ਦੁਸ਼ਟ ਨੇ, ਸਾਡੇ ਵੈਰੀ ਨੇ। ਤੇ ਪਾਤਸ਼ਾਹ ਕਹਿੰਦੇ ਨੇ ਚੁਣ ਚੁਣ ਕੇ ਮਾਰੋ। ਮੇਰੇ ਅਵਗੁਣ, ਅਵਗੁਣ ਸਾਡੀਆਂ ਜੰਜੀਰਾਂ ਨੇ, ਸਾਨੂੰ ਅੱਗੇ ਨਹੀਂ ਵਧਣ ਦਿੰਦੇ, ਸਾਨੂੰ ਚੱਲਣ ਚ ਮੁਸ਼ਕਿਲ ਹੁੰਦੀ। ਤੇ ਜਦੋਂ ਕੋਈ ਜੰਜੀਰ ਨਹੀਂ ਹੋਵੇ ਬੜੇ ਆਜ਼ਾਦ ਹੁੰਦੇ ਆ। ਹੋਰ ਅਗਲੀ ਬੇਨਤੀ ਜੀ ਪੰਜਵੇਂ ਪਦੇ ਵਿੱਚ ਪਾਤਸ਼ਾਹ ਕਰਦੇ ਨੇ, ਆਪ ਹੱਥ ਦੇ ਮੁਝੇ ਉਬਰੀਏ। ਉਬਰੀਏ ਉਬਾਰ ਲਵੋ, ਜਿਵੇਂ ਕੋਈ ਡੁੱਬਦਾ ਹੋਵੇ ਨਾ, ਹੱਥ ਦੇ ਕੇ ਉਹਨੂੰ ਬਾਹਰ ਕੱਢ ਲਈਦਾ। ਫਿਰ ਕਹਿੰਦੇ ਨੇ ਮਰਨ ਕਾਲ ਕਾ ਤਰਾਸ ਨਿਵਰੀਏ। ਤਰਾਸ ਮੈਨੇ, ਤਰਾਸ ਮੈਨੇ ਡਰ। ਇਹ ਬੰਬੇ ਸਾਈਡ, ਨਾਗਪੁਰ ਸਾਈਡ ਹਾਲੀ ਵੀ ਇਹ ਸ਼ਬਦ ਵਰਤਦੇ ਨੇ। ਮੇਰੇ ਇੱਕ ਮਿੱਤਰ ਕਹਿੰਦੇ ਨੇ ਵੀ ਪਹਾੜ ਤੇ ਕਹਿੰਦੇ ਥੱਲੇ ਉਤਰਨ ਤੇ ਬੜੇ ਮਜ਼ੇ ਨਾਲ ਉਤਰ ਜਾਂਦੇ ਆ, ਤੇ ਜਦੋਂ ਚੜਨ ਲੱਗਦੇ ਆ ਤਰਾਸ ਆਤਾ ਹੈ। ਸ਼ਿਮਲੇ ਮੈਂ ਇੱਕ ਸੱਜਣ ਕੋਲੋਂ ਇਹ ਗੱਲ ਸੁਣੀ ਤੇ ਮੈਨੂੰ ਲੱਗਿਆ ਯਾਰ ਤਰਾਸ ਤਾਂ ਸਾਡੀ ਬਾਣੀ ਚ ਅਸੀਂ ਰੋਜ਼ ਪੜ੍ਹਦੇ ਆ, ਪਰ ਸਾਡੀ ਬੋਲਚਾਲ ਚੋਂ ਨਿਕਲ ਗਿਆ। ਸਾਨੂੰ ਪੁੱਛਣਾ ਪੈਂਦਾ ਵੀ ਤਰਾਸ ਦਾ ਕੀ ਅਰਥ ਹੈ। ਅੱਜ ਤੋਂ ਬਾਅਦ ਡਰ ਲਈ, ਜਦੋਂ ਬਹੁਤ ਡਰ ਵੀ ਅੰਦਰ ਸਹਿਮ ਜਿਹਾ ਪੈਦਾ ਹੋਵੇ, ਉਹਨੂੰ ਤਰਾਸ ਕਿਹਾ ਕਰੇ। ਪਾਤਸ਼ਾਹ ਕਹਿੰਦੇ ਨੇ ਹੁਣ ਕਿਹੜਾ ਤਰਾਸ, ਸਭ ਤੋਂ ਵੱਡਾ ਡਰ ਮਨੁੱਖ ਨੂੰ ਕਿਹੜਾ ਹੈ? ਅੱਜ ਕੱਲ ਵੀ ਆਇਆ ਹੋਇਆ ਕਿਹੜਾ ਡਰ ਜੀ? ਮਰਨ ਦਾ ਡਰ। ਕਰੋਨਾ ਦੇ ਰੂਪ ਵਿੱਚ ਆਇਆ ਹੋਇਆ। ਬੜਿਆਂ ਨੂੰ ਲੱਗਦਾ ਹੈ ਵੀ ਹਾਏ ਮੇਰੀ ਮੌਤ ਕਿਤੇ ਸਾਡੇ ਘਰ ਨਾ ਆ ਜਾਏ, ਕਿਤੇ ਸਾਡੇ ਰਿਸ਼ਤੇਦਾਰ, ਕਿਤੇ ਸਾਡੇ ਕਿਸੇ ਦੇ ਨੂੰ ਨਾ ਆ ਜਾਵੇ, ਕੋਈ ਮਰ ਨਾ ਜਾਏ। ਪਾਤਸ਼ਾਹ ਕਹਿੰਦੇ ਨੇ ਮਰਨ ਕਾਲ ਕਾ ਤਰਾਸ ਨਿਵਰੀ। ਮੇਰੇ ਅੰਦਰੋਂ ਇਹ ਡਰ ਹੀ ਕੱਢ ਦੇ, ਕਿਉਂਕਿ ਤੇਰੇ ਤੋਂ ਬਿਨਾ ਕੋਈ ਮਾਰ ਨਹੀਂ ਸਕਦਾ, ਜਿਵਾਲ ਨਹੀਂ ਸਕਦਾ। ਜਿੰਨੇ ਚਿਰ ਮੇਰੇ ਸਵਾਸ ਨੇ ਮੈਂ ਮੌਜ ਵਿੱਚ ਰਵਾਂ, ਆਨੰਦ ਵਿੱਚ ਰਵਾਂ। ਹਮ ਆਦਮੀ ਹਾਂ ਇੱਕਦਮ, ਪਤਾ ਨਹੀਂ ਅਗਲਾ ਦਮ ਆਣਾ ਹੈ ਕਿ ਨਹੀਂ ਆਣਾ।
ਜ਼ਰੂਰੀ ਨਹੀਂ ਵੀ ਉਸ ਕਰੋਨੇ ਕਰਕੇ ਮੌਤ ਆਣੀ ਹੈ, ਕਿਸੇ ਵੇਲੇ ਕਿਸੇ ਦੀ ਵੀ ਆ ਸਕਦੀ ਹੈ। ਪਰ ਪਾਤਸ਼ਾਹ ਨੇ ਸੱਚੀ ਐਸੀ ਬਖਸ਼ਿਸ਼ ਕੀਤੀ ਹੈ। ਔਰ ਜਿਹੜੇ ਚੌਪਈ ਸਾਹਿਬ ਨੂੰ ਵਿਚਾਰ ਕੇ ਪੜ੍ਹਦੇ, ਤਾਂ ਹੀ ਗੁਰਸਿੱਖਾਂ ਦੇ ਵਿੱਚ ਇੰਨੀਆਂ ਸ਼ਹੀਦੀਆਂ ਵਾਲੇ ਪੈਦਾ ਹੋ ਗਏ। ਲੋਕ ਦੰਦ ਵਿੱਚ ਉਂਗਲੀ ਦਬਾਉਂਦੇ ਨੇ, ਯਾਰ ਇਹ ਕਿਵੇਂ ਡਰਦੇ ਹੀ ਨਹੀਂ ਮੌਤ ਤੋਂ। ਮਰਨ ਕਾਲ ਕਾ ਤਰਾਸ ਨਿਵਰੀ ਹੈ, ਮਰਨਾ ਮੌਤ ਦਾ ਡਰ ਹੀ दूर हो चुका है। और पातशाह बेनती करते ने, पूजो पूजो हो जाओ सदा हमारे बच्चा। बच्चा मैंने मेरी बैठ से मेरी सहायता लई सदा आ जाओ, सीरियस तुझ जो करे और अच्छा। अस तुझ शब्द दे मैं अर्थ दसे सी पिछली बारी। अस तुझ, अस मैंने किरपान, तुझ मैंने ध्वजा झंडा, जिहदे झंडे ते किरपान है, भाव अकाल पुरख। अकाल पुरख भगती ते शक्ति दोनों का सुमेल है। ते अकाल पुरख का जिहड़ा सेवक बनता है उन्होंने भी पातशाह ने संत सिपाही बनाया। परमात्मा नूं अस्तुज किया है, हे अस्तुज करियो रक्षा मेरी रख्या कर, राख ले हो मोहे राखन हार। हौली हौली पढ़िए, समझ के पढ़िए। ਤੇ ਜਦੋਂ ਜਦੋਂ ਸਮਝ ਆਈ ਚੱਲੇਗੀ ਨਾ ਜੀ, ਉਦੋਂ ਉਦੋਂ ਸੁਣ ਲਓ, ਉੱਪਰ ਕਰਕੇ ਚੱਲੋ। ਜਦੋਂ ਜਦੋਂ ਸਮਝ ਆਏਗੀ ਨਾ, ਉਦੋਂ ਅਸੀਂ ਜੁੜ ਜਾਵਾਂਗੇ। ਪਾਤਸ਼ਾਹ ਕਹਿੰਦੇ ਨੇ, ਹੂ ਜੋ ਸਦਾ ਹਮਾਰੇ ਬੱਚਾ, ਤੇਰੀ ਅਸਤ ਜੋ ਕਰੇ ਔਰ ਰਾਖ ਲਿਹੋ ਮੋਹੇ ਰਾਖਨ ਹਾਰੇ। ਉਹ ਰੱਖਣ ਹਾਰੇ ਮੈਨੂੰ ਰੱਖ ਲਵੋ, ਸਾਹਿਬ ਸੰਤ ਸਹਾਏ ਪਿਆਰੀ। ਇਹ ਸੰਬੋਧਨ ਨੇ। परमात्मा जी तुसी साहिब हो, संतां दी सहायता करन वाले हो, सानू प्यार करन वाले हो, रखण वाले हो। जिस दिन ये भरोसा हो जाए ना, परमात्मा रखण वाला है। साडे महल्ले दे विच गेट लग गए ने जी। अगे सारे अपनियां कारां अंदर रखदे सी, डरदे सी भी राती कुछ हो ना जाए। जद ते गेट लग गए ने ते चौकीदार रखता है, सारे कारां बाहर ही खड़ियां रखदे ने। क्यों? पता है जी चौकीदार हैगा, रखण वाला हैगा। रात वेले कोई अंदर एंटर ही नहीं कर सकता, कोई बाहर नहीं जा सकता। उदों ते चैकिंग होएगी। एक दुनियावी रखण वाला है ते असीं निश्चिंत हो गए। ते जे सारे संसार दे विच साडी हर कार विहार दे विच रखण वाला परमात्मा है, ते फिर डर कादा। आहा, होर संबोधन करदे ने, दीन बंद। सारे बोलो जी, दीन बंद, दीना दी सहायता करने वाला, दुष्टन के हंता, दुष्टां नूं मारन वाला है। जे तू दुष्ट बनेगा फिर तेनू मारेगा, ते जे तू शरण आ जाएगा ते फिर तेरी ओ रक्षा करेगा। वाह जी, दुखियां दा ओ मित्र है ते दोखियां दा ओ नाश करदा। और पातशाह कहंदे ने, तुम हो पूरी चतर दस कंता। हाँ जी, चतर 10, चतर मैंने 4, 10 मैंने 10, 10 ते 4 की होगी 14। ये पुराने इतिहास मनिया जाता सी 14 पुरियां ने। ये अजकल जेडे नाम नूमे पढ़े ना, जनकपुरी, ये जनक दी पुरी है जी। होर कई पुरियां इदां दियां इतिहास दे विच आंदियां ने भी ये शायद कोई फिजिकल स्पेसिस ने जिथे कोई रहिंदे ने या जिथे राज चलता है। पातशाह कहते हैं, हे परमात्मा तुसी ही ये 14 पुरियां दे मालक हो, तुम हो पुरी चतर दस कंता। वाह जी। अगे पातशाह फरमांदे ने, काल पाए ब्रह्मा बपतरा। संगत जी एक होर चीज लिखना, काल मौत, अकाल जिथे मौत नहीं है। ਹੁਣ परमात्मा ਨੂੰ अकाल भी ਅਸੀਂ ਕਹਿੰਦੇ ਆ, ਤੇ 10ਵੇਂ ਪਾਤਸ਼ਾਹ ਨੇ परमात्मा ਨੂੰ काल भी किया है, क्योंकि मौत भी तो ਉਹੀ ਦਿੰਦਾ है ना। आप काल तो रहत है, पर दूजिया सारियां दा काल है। पातशाह कहते ने, काल पाए भाव अकाल पुरख ने ही ब्रह्मा बपतरा। ब्रह्मा दा शरीर अकाल पुरख ने ही बनाया है, किसी होर ने नहीं बनाया, परमात्मा ने बनाया। लोग ब्रह्मा विष्णु महेश नूं पूजदे ने। गुरु साहब सानू कहंदे ने, इन्हां नूं बनाउण वाला परमात्मा है।
ਤੁਸੀਂ ਉਸ ਪਰਮਾਤਮਾ ਨੂੰ ਪੂਜੋ, ਤੇ ਜਦੋਂ ਉਹਨਾਂ ਨੂੰ ਪੂਜੋਗੇ ਇਹ ਤੁਹਾਡੀ ਸੇਵਾ ਕਰਨਗੇ, ਕਿਉਂਕਿ ਇਹ ਤਿੰਨੋਂ ਪਰਮਾਤਮਾ ਦੇ ਹੁਕਮ ਵਿੱਚ। ਕਾਲ ਵਿੱਚ ਹੀ ਬ੍ਰਹਮਾ ਜੀ ਦਾ ਜਨਮ ਹੋਇਆ, ਉਹਨਾਂ ਨੇ ਸਰੀਰ ਧਾਰਨ ਕੀਤਾ, ਤੇ ਕਾਲ ਪਾਏ ਸਿਵ ਜੂ ਅਵਤਰਾ। शिव जी की पूजा करते हो तुसी, ये भी परमात्मा ने बनाए। काल पाए कर विष्ण प्रकाशा, विष्णु जी का प्रकाश भी अकाल पुरख ने ही किया है। सकल काल का किया तमाशा, ये सारा जो जगत रूपी तमाशा है ना, सारा उस अकाल पुरख का ही खेड है। इनू बनाने वाला होर कोई नहीं है, केवल ते केवल एक अकाल पुरख है। और पातशाह की कहते जी, जवन काल जोगी शिव कीयो, जिस काल ने शिव जी वर्गा जोगी बनाया है। पहला भी कहा है कि शिव जी का अवतार आया, तो शिव जी वर्गा जोगी भी किन्ने बनाया है? उस अकाल पुरख ने बनाया। जवन काल जोगी शिव कीयो, वेद राज ब्रह्मा जो थियो, वेद राज ब्रह्मा भी उहदे हुक्म विच ही पैदा होया। जवन काल सब लोक सवारा, सारे संसार नू सवारन वाला, सिरजन वाला वो परमात्मा ही है। पातशाह कहंदे नमस्कार है ताहे, किसी होर नू नमस्कार नहीं कीती, उस अकाल पुरख नू नमस्कार कीती है जिन्हें ये सारा कुछ बनाया है। वही मेहर करता है, वही साडे ते बख्शिशां करता है। सारे जुड़ गए भाई। एक दो पदे होर विचार कर लेने। अज दे साडे जिहड़े स्पीकर हैं नाल साडे जुड़ रहे ने। हाँ जी, अगे पातशाह फरमान करते हैं जी, जवन काल सब जगत बनायो। कितना सुख है, जवन काल सब जगत बनाए, जिस काल ने सारा जगत बनाया है। देव दैत जच्छन उपजायो, देवते भी दैत भी ते जच्छ भी, ये भी एक प्रकार का मन्ने गए ने जी। डैमी गॉड्स भी, डैमन्स भी ते यक्ष भी, ये सब तेरे पैदा किए हुए। अच्छा कहते ने आद अंत एक अवतारा, आद अंत एक अवतारा, शुरू ते अंत विच इको ही अकाल पुरख है। सोई गुरु समझियो हमार। कई सज्जन ना इस बाणी के खिलाफ बोलन लगते ने अजकल। मैं बेनती करांगा, पहला मैं सुन लैंदा हुंदा सी, हुण मैं कहना नहीं, सुनना नहीं चाहिए इन्हां लोकां। ये लोग किसे एक साइड की गल सुन के ना ਉਹਦੇ ਨਾਲ ਇਹਨਾਂ ਦੇ ਆਪਣਾ ਮਨ ਬਦਲ ਲਿਆ ਹੋਇਆ ਹੈਗੇ। ਕਈ ਬਹੁਤ ਚੰਗੇ ਨੇ, ਪਰ ਦੇਖੋ ਹੁਣ ਪਾਤਸ਼ਾਹ ਇੱਥੇ ਕਿਤੇ ਸਾਨੂੰ ਕਿਤੇ ਹੋਰ ਪਾਸੇ ਨਹੀਂ ਲਿਜਾ ਰਹੇ। ਕਹਿੰਦੇ ਨੇ ਆਦ ਅੰਤ ਏਕੈ ਅਵਤਾਰਾ, सोई गुरु समझियो हमारा। किसे देवी दे किसे होर दी कुछ लेखक खोजा करके कहते जी आ फलानी बाणी दी शक्ल ते है जी, है ਉਹਦੇ ਚ हैगी है जी ना। साडी मर्यादा विच साडे विद्वानां ने बड़ी सोच समझ के ਇਹ ਜਿਹੜੇ 25 ਪਦੇ ਪਾ ਦਿੱਤੇ ਨੇ, ਇਹਨਾਂ ਨੂੰ ਅਸੀਂ ਪੜ੍ਹਨਾ ਹੀ ਪੜ੍ਹਨਾ। ਮੈਨੂੰ ਤੇ ਸੰਗਤ ਜੀ ਪਤਾ ਨਹੀਂ, ਇਹ ਵੀ ਅਕਾਲ ਪੁਰਖ ਦੀ ਖੇਡ ਹੁੰਦੀ ਹੈ। ਅੱਜ ਅਸੀਂ ਚੌਪਈ ਸਾਹਿਬ ਦੀ ਵਿਚਾਰ ਕਰਨੀ ਸੀ, ਤੇ ਪਿਛਲੇ 2-3 ਦਿਨਾਂ ਵਿੱਚ ਉਹ ਸੱਜਣ ਜਿਹੜੇ ਸਾਡੇ ਨਾਲ ਇੱਥੇ ਈ ਸੰਗਤ ਵਿੱਚ ਨਹੀਂ ਜੁੜਦੇ, ਕੋਈ ਰਿਸ਼ਤੇਦਾਰ ਜਾਂ ਕੋਈ ਹੋਰ ਸੱਜਣ, ਗੱਲਾਂ ਵਿੱਚ ਸਹਿਜ ਸੁਭਾਅ ਉਹਨਾਂ ਨੇ ਕਿਹਾ ਵੀ ਮੈਨੂੰ ਜਦੋਂ ਵੀ ਕੋਈ ਘਬਰਾਹਟ ਹੁੰਦੀ ਹੈ ਮੈਂ ਤੇ ਚੌਪਈ ਸਾਹਿਬ ਦਾ ਪਾਠ ਸ਼ੁਰੂ ਕਰ ਦਿੰਦਾ। ਇੱਕ ਸੱਜਣ ਕਹਿੰਦੇ ਜੀ ਸਾਰਿਆਂ ਨੂੰ ਕਿਆ ਕਰੋ ਵੀ ਚੌਪਈ ਸਾਹਿਬ ਕੰਠ ਕਰੋ, ਚੌਪਈ ਸਾਹਿਬ ਪੜ੍ਹਿਆ ਕਰੋ। ਤੁਰਦੇ ਫਿਰਦੇ, ਕਾਰ ਚਲਾਉਂਦੇ, ਕੰਮ ਕਰਦੇ, ਕੋਈ ਤੁਹਾਡੇ मन में जदों भी विकारां दे विचार पैदा होते हैं, चौपाई साहब शुरू कर दो, वाहिगुरु जी मैनू बचाओ, बेनती है। पर सच जानियो, हाँ लिखा है जी एक बेटी ने कि बिफोर एग्जाम जो टेंशन होती है, यह जी बाणी है ना संगत जी, ये साडे मन नू मजबूत करती है, एक हौसला देती है कि मैं इकल्ला नहीं, मैं इकल्ली नहीं। मेरे पिता जी कौन? श्री गुरु गोबिंद सिंह जी मेरे नाल हैं। मैं बड़ी बारी हर जगह ते कहना, किसी नू याद है तो लिखो जी कि असी कौन हाँ, जो घबराहट होवे ते की कहना चाहिए।
हाँ माता जी ने दसता जी फर्स्ट प्राइज इन्हां दा आ गया जी। आई एम सन ऑफ गुरु गोबिंद सिंह, लिखो जी। आई एम डॉटर ऑफ गुरु गोबिंद सिंह। द मूवमेंट है फुरना साडे अंदर आ जावे, मैं गुरु गोबिंद सिंह दा बच्चा हाँ, मैं क्यों इत्थों घबरा रहा जी इस इम्तिहान तो, कोरोना भी एक इम्तिहान जे। संगत जी मैं बच्चों नूं पुछदा हुन्ना कि पता है तुहाडे इम्तिहान क्यों हुंदे ने? वो कहते जी अगली क्लास जाण वास्ते। मैं कहा चलो जी ये भी एक गल है जी, अगली क्लास जाण वास्ते, पर कल्ले तुहाडे नहीं साडे भी इम्तिहान हुंदे जे असीं तुहानूं कोई क्लास च नहीं पढ़दे। ਬੱਚਿਆਂ ਦੇ ਸਕੂਲ ਕਾਲਜ ਯੂਨੀਵਰਸਿਟੀ ਵਿੱਚ ਇਮਤਿਹਾਨ ਹੁੰਦੇ ਨੇ, ਦੱਸਿਆ ਜਾਂਦਾ ਹੈ ਵੀ ਇਸ ਤਰੀਕ ਨੂੰ ਇਸ ਸਿਲੇਬਸ ਦਾ ਇੰਨੇ ਸਿਲੇਬਸ ਦਾ ਇਮਤਿਹਾਨ ਹੋਏਗਾ। ਇਹ ਤੁਹਾਨੂੰ ਤਿਆਰ ਕੀਤਾ ਜਾਂਦਾ ਹੈ ਵੀ ਤੁਸੀਂ ਹੁਣ ਇੱਕ ਛੋਟੀ ਜਿਹੀ ਚੀਜ਼ ਦੀ, ਛੋਟੇ ਜਿਹੇ ਸਿਲੇਬਸ ਦੀ ਉਸ ਤਰੀਕ ਨੂੰ ਐਗਜ਼ਾਮ ਹੋਏਗਾ। ਤੇ ਸਾਡੀ ਉਮਰ ਵਿੱਚ ਕਿਹੜੇ ਇਮਤਿਹਾਨ ਹੁੰਦੇ ਨੇ ਦੱਸੋ ਜੀ? ਨਾ ਡੇਟ ਦੱਸੀ ਜਾਂਦੀ ਹੈ, ਨਾ ਸਿਲੇਬਸ ਦੱਸਿਆ ਜਾਂਦਾ ਹੈ, ਨਾ ਟੌਪਿਕ ਦੱਸਿਆ ਜਾਂਦਾ, ਸਬਜੈਕਟ ਦੱਸਿਆ ਜਾਂਦਾ। ਕਦੇ ਫਾਈਨੈਂਸ਼ੀਅਲ ਇਮਤਿਹਾਨ ਹੋ ਜਾਂਦਾ ਹੈ, ਕਦੇ ਰਿਲੇਸ਼ਨਸ਼ਿਪ ਦਾ ਇਮਤਿਹਾਨ ਹੋ ਜਾਂਦਾ ਹੈ, ਕਦੇ ਹੋਰ ਲੜਾਈ ਝਗੜੇ ਦਾ, ਕਦੇ ਨਸ਼ਿਆਂ ਦਾ ਇਮਤਿਹਾਨ ਹੋ ਜਾਂਦਾ ਹੈ, ਕੋਈ ਲਾਲਚ ਪਾਉਂਦਾ ਤੇ ਲੋਕੀ ਫਸ ਜਾਂਦੇ। ਇਹ ਸਕੂਲ ਕਾਲਜ ਦੇ ਇਮਤਿਹਾਨ ਸਾਨੂੰ ਤਿਆਰ ਕਰਦੇ ਨੇ ਕਿ ਅਸੀਂ ਜ਼ਿੰਦਗੀ ਦੇ ਇਮਤਿਹਾਨਾਂ ਤੇ ਵੀ ਕਦੇ ਵੀ ਘਬਰਾਣਾ ਨਹੀਂ। और चौपाई साहब दी बाणी बड़े प्यार नाल, बड़ी मौज दे नाल असी सारे पढ़िया करिए। पातशाह जी बेअंत बेअंत बख्शिशां इहदे विच करदे ने, कहंदे ने आद अंत इक अवतारा सोई गुरु समझियो हमारा, कोई होर मेरा गुरु नहीं है, केवल ते केवल वो अकाल पुरख की मेरा सहाई है। फिर कहंदे ने नमस्कार तिस ही को हमारी। दसो जी पूछने की लोड़ है किसी नमस्कार तिस ही को हमारी, नमस्कार है ओनू ही है साडी, केनू किनू सकल प्रजा जिन आप सवारी, सारी प्रजा जिन्हें आप सवारी है ओनू ही साडा नमस्कार है, साडी वंदना है। अगे पातशाह कहते ने शिव कन को शिव गुण सुख दियो। शिव कन भाव सेवका नूं ते शिव गुण भाव शुभ गुण। ये नोट करो जी, है थोड़ा जिहा साडे वरतों च नहीं है। शिव कन भाव सेवक, सेवकां दा इहनूं कह लो भी ये प्लूरल है, सेवकां नूं। शिव कन को शिव गुण शुभ गुण। सेवकन को शिव गुण सुख दियो, अपने सेवकां नूं शुभ गुण ते सुख देंदा है परमात्मा। सतरन को पल मोह बध कीयो, सतरन को पल मोह बध कीयो, सतरां दा पल विच ही वध कर दिंदा है। वाह जी वाह, किन्ना भरोसा है, किन्नी पॉजिटिविटी है, किन्नी चढ़दी कला है इस बाणी दे। मैं तो सच्ची अज तुहाडे नाल विचार करदे हां मेरे अंदर आ रहा कि मैं इस बाणी नूं घट पढ़दा सी, इहनूं पढ़ना चाहिए, बहुत ज्यादा पढ़ना चाहिए, इहदे च गुड़ जाना चाहिए। इन्नियां बेनतियां असीं इस अकाल पुरख नूं कर रहे हां, तो पातशाह साडे ते बख्शिश करदा है। होर की कहंदे जी, घट घट के अंतर की जानत। मैं बेनती करांगा बेटा जसजोत, अज दे साडे स्पीकर देखो जुड़ गए ने कि नहीं? दविंदर सिंह जी, डॉक्टर दविंदर सिंह जी, ध्यान करना, मैनू इशारा कर देना जी। हाँ जी, इत्थे समाप्ति कर दांगा जी। हाँ जी। घट घट के अंतर की जानत, आहा फिर प्यार ना पढ़ो जी। घट घट के अंतर की जानत, घट घट के अंतर की जानत, हरेक हिरदे दे अंदर दी जानदा है। वाहिगुरु वाहिगुरु। किसी नूं नहीं पता मैं तुहाडे सामने ये गल्लां कर रहा, पर मेरे अंदर की चल रहा है। कमाल दी गल है, जिहड़ा सुपर कंप्यूटर है ना, मेरे सामने लैपटॉप पे है ते कंप्यूटर है ना, पर ये साडे कोल इत्थे एक सुपर कंप्यूटर है, सारियां दे कोल है। ये लैपटॉप एक टाइम ते इक्को फाइल च काम कर सकदा, दो च कर लेगा, बहुती गल अजकल स्क्रीन
कर जाते हैं, 2 फाइलों ते साइड बाय साइड काम कर सकते। पर ये सुपर कंप्यूटर ऐसा है, मैं बोली भी जा रहा तो मैं अपनी बेटी नूं भी याद करी जा रहा, मैं अपनी यूनिवर्सिटी का काम भी याद मैनू आ सकता। वाहिगुरू गुरु पातशाह जी बख्शिश करन, असी अपनी इस सोच दे विच जो अंदर चलता है, पातशाह कहते ने ओ अकाल पुरख घट घट के अंदर की जानते, उन्हां दे अंदर दी गल जानते ने, भले बुरे की पीर पछानत। भले ते बुरे दी पीड़ नू पछाणदे ने, भाई भले ते बुरे दी पीड़ नू पछाणदे, भाई ਉਹਦੇ दिल दी पीड़ा नू महसूस करते ने अकाल पुरख। और किथे तक जी, कींटी ते कुंचर अस्थूला, कींटी निक्की जी, कुंचर मैंने जी हाथी, निक्की जी कीड़ी तो इन्ने वड्डे अस्थूल मैंने वडकारी, स्थूल अस्थूल इको ही गल है, स्थूल ते अस्थूल। भाई साउंड कहते जी स्लो आ रही है, मैं तो बड़ी उच्ची बोल रहा जी, चलो होर उच्ची बोलते हैं। चीटी ते कुंचर अस्थूला, छोटी जी कीड़ी तो लैके वड्डे सारे हाथी तक, पातशाह कहते ने सब पर कृपा दृष्ट कर फूला, सारियां ते अपनी कृपा दृष्टि करता है, ते कृपा दृष्टि कर फूला भाव परमात्मा विगसदा है, खुश होंदा है, सारियां ते कृपा कर रहा है। संगत जी गल याद आ गई, इस तो बाद आपां तुहाडे विचार जिन्हां ने इस विषय ते कोई गल करनी होए पहला वो कर लेना, बाद चों होर भी जिहड़े तुहाडे मन च आन वो भी तुसीं कर लेना। मैनू एक विचार आई गल जी, सब पर कृपा दृष्ट कर फूला। मैनू ना कई बारी चिंता हुंदी सी, वाहिगुरू किवें ख्याल करदा है बई आपां हुण 4 जने तुहाडी स्क्रीन ते नज़र आ रहे होवांगे, परिवार दे बैठे आ, भी किहदे ते किन्नी कृपा करनी है। चलो एक परिवार का तो ख्याल किया जा सकता है, इन्ने परिवार, इन्ने लोकी, इन्नियां उमरां दे, इन्ने धर्मां दे, इन्नियां बोलियां दे, वाहिगुरू किवें कृपा करता है। मैं जिथे तक पहुंचे तुसीं दसना है ठीक है कि गलत है। मैनूं एवें लगदा भी जदों साडा जन्म हुंदा है ना, ते वाहिगुरू सानूं सारियां नूं एक भांडा दे दिंदा। वो भांडा ऐसा है भी वो छोटे तो वड्डा भी हो सकता है, ते वड्डे तो छोटा भी हो सकता, वो भांडा सीधा भी रखा जा सकता, वो भांडा मुद्दा भी रखा जा सकता। ठीक है जी। हुण वाहिगुरू की करता है जी, वाहिगुरू मेहर दी बारिश करनी शुरू करता है, जिहदे कोल जिन्ना भांडा हुंदा उहदे अंदर उन्ना कुछ पै जाता। मैनूं लगदा है भी साडी संगत दे विच बड़ियां कोल परात दित्ती हुई है, कईयां कोल टब दा पानी दित्ता होया परमात्मा ने, मैनूं ते मैनूं लगदा निक्का जिहा चमचा ही फड़ाया होया। अच्छा फिर ये भी गल जे मैं चंगे कर्म करांगा मेरे चमचे का टब बन जाएगा, जग बन जाएगा, कोली बन जाएगी, वड्डा हो ही चलेगा। हाँ ये भी हो सकता है, किसी नूं मिलिया टब होवे ते ओ नाम ना जपे, ओ हंकार विच आ जावे ते परमात्मा ओहदा टब भी मुद्दा कर देवे, चमचे जिन्ना भी ना आ सके ओहदे कोल। सब पर कृपा दृष्ट कर फूला, ਉਹਦੇ घर विच कमी नहीं, वो सारियां नूं देई जांदा है, देई जांदा है। हुण इह भांडा काहदा है जी, हुण सच्ची मुच्ची चम्मच या कोली दा भांडा नहीं है, ये साडी सुरत दा ज्ञान है, साडे सुरत विच की विचार ने। हाँ जी वीर जी साडे नाल जुड़ गए ने, मैं इत्थे ही समाप्ति करदा। फतेह प्रवान करनी जी। वाहिगुरू जी का खालसा, वाहिगुरू जी की फतेह। अज साडे नाल विशेष तौर ते डॉक्टर दविंदर सिंह जी साडे नाल जुड़े ने, बहुत ही प्यारे वीर ने। की इन्हां कोल बख्शिश है जी, मैं दसदा जी। स्वागत है वीर जी, डॉक्टर साहब तुहाडा जी। आवाज आ रही है मेरी? हेलो, हाँ जी आ रही है आवाज? हाँ जी आ गई, तुहाडी भी आ गई जी। वाहिगुरू जी का खालसा, श्री वाहिगुरू जी की फतेह। जी की फतेह। बहुत धन्यवाद वीर जी। साडे नाल इस वेले 240 परिवार जुड़े हुए ने जी। बहुत खुशी की गल है, इट्स वेरी मच इंस्पायरिंग। धन्यवाद जी। इटली तो साडे नाल ने, अमरीका तो ने, पेरिस तो ने, आस्ट्रेलिया तो ने,
ਤੇ ਪੰਜਾਬ ਦੇ ਬਹੁਤ ਸਾਰੇ ਰਿਮੋਟ ਪਿੰਡਾਂ ਤੋਂ ਨੇ, ਰਾਜਸਥਾਨ, ਦਿੱਲੀ, ਕਰਨਾਟਕਾ ਤੋਂ। ਸੋ ਸਾਰੇ ਹਾਂ, ਮੈਂ ਬੇਨਤੀ ਸਾਰਿਆਂ ਦੀ ਜਾਣਕਾਰੀ ਲਈ ਦੱਸਣਾ ਚਾਹਾਂਗਾ। ਡਾਕਟਰ ਦਵਿੰਦਰ ਸਿੰਘ ਜੀ PES ਕਲਾਸ 1 ਆਫਿਸਰ ਨੇ ਪੰਜਾਬ ਐਜੂਕੇਸ਼ਨ ਸਰਵਿਸਿਜ਼ ਦੇ ਵਿੱਚ। ਆਪ ਜੀ ਪ੍ਰਿੰਸੀਪਲ ਨੇ ਤੇ ਸਟੇਟ ਅਵਾਰਡੀ ਨੇ ਅਤੇ ਪੰਜਾਬ ਆਰਟਸ ਕਾਉਂਸਲ ਦੇ ਇਹ ਸਟੇਟ ਮੈਂਬਰ ਨੇ। ਖਾਲਸਾ ਕਾਲਜ ਅੰਮ੍ਰਿਤਸਰ ਦੇ ਗਵਰਨਿੰਗ ਕਾਉਂਸਲ ਦੇ ਵਿੱਚ ਹੈਗੇ ਨੇ ਔਰ ਪ੍ਰੈਜ਼ੀਡੈਂਟ ਨੇ ਖਾਲਸਾ ਕਾਲਜ ਅੰਮ੍ਰਿਤਸਰ ਗਲੋਬਲ ਐਲੂਮਨੀ ਐਸੋਸੀਏਸ਼ਨ। ਆਪ ਜੀ ਡਾਇਰੈਕਟਰ ਹਨ ਅੰਮ੍ਰਿਤਸਰ ਇੰਟਰਨੈਸ਼ਨਲ ਫੋਕ ਫੈਸਟੀਵਲ ਤੇ ਪੰਜਾਬ ਮਲਟੀਕਲਚਰਲ ਫੈਸਟੀਵਲ। ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ, ਮੇਰਾ ਬਹੁਤ ਟਾਈਮ ਲੱਗ ਜਾਏਗਾ। ਤੇ ਬਹੁਤ ਵੱਡੇ ਸੈਲੀਬ੍ਰਿਟੀ ਨੇ ਔਰ ਵੱਡੀ ਗੱਲ ਜਿਹੜੀ ਇਹਨਾਂ ਦੇ ਮਨ ਵਿੱਚ ਹੈ ਇਹ ਆਪ ਹੀ ਦੱਸਣਗੇ। ਇਹਨਾਂ ਨੇ ਥੋੜੀ ਦੇਰ ਪਹਿਲਾਂ ਮੈਨੂੰ ਫੋਨ ਤੇ ਗੱਲਬਾਤ ਕੀਤੀ ਸੀ ਕਿ ਖਾਲਸੇ ਦਾ ਜਿਹੜਾ ਅਗਲਾ ਇੱਕ ਬਹੁਤ ਵੱਡਾ ਇਵੈਂਟ ਆ ਰਿਹਾ ਹੈ ਉਹਦੇ ਲਈ ਆਪ ਜੀ ਕੀ ਕਰ ਰਹੇ ਨੇ ਤੇ ਮੌਜੂਦਾ ਸਮੇਂ ਬਾਰੇ ਡਾਕਟਰ ਸਾਹਿਬ ਥੋੜੇ ਜਿਹੇ ਸਾਡੇ ਸਾਰੀ ਸੰਗਤ ਦੇ ਨਾਲ ਆਪਣੇ ਵਿਚਾਰ ਸਾਂਝੇ ਕਰੋ ਸੰਖੇਪ ਸ਼ਬਦਾਂ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਸਮੂਹ ਗੁਰਮੁਖਾਂ ਨੂੰ, ਸਾਰੇ ਭੈਣ ਭਰਾਵਾਂ ਨੂੰ ਮੇਰੀ ਫਤਿਹ ਸਤਿਕਾਰ ਸਹਿਤ ਜੀ। ਜਦੋਂ ਕਿ ਅੱਜ ਸਾਰੀ ਦੁਨੀਆ ਦੇ ਉੱਤੇ COVID-19 ਦਾ ਕਹਿਰ ਹੈ, ਇਹੋ ਜਿਹੇ ਸਮੇਂ ਵਿੱਚ ਇਹ ਗੁਰਮੁਖਾਂ ਦੇ ਦਰਸ਼ਨ ਹੋ ਜਾਣੇ ਆਨਲਾਈਨ, ਇਹ ਬਹੁਤ ਵੱਡੀ ਮੋਟੀਵੇਸ਼ਨ ਹੈ ਮੇਰੇ ਵਾਸਤੇ। ਔਰ ਜਿਵੇਂ ਤੁਸੀਂ ਅੱਜ ਮੈਨੂੰ ਦੁਪਹਿਰੇ ਇਹ ਇੱਕ ਪ੍ਰਪੋਜ਼ਲ ਦਿੱਤਾ ਕਿ ਆਪਾਂ ਜ਼ੂਮ ਤੇ ਆਨਲਾਈਨ ਸਾਰਿਆਂ ਦੇ ਰੂਬਰੂ ਹੋ ਜੀ, ਮੈਨੂੰ ਬਹੁਤ ਵਧੀਆ ਲੱਗਿਆ। ਇਹ ਖਾਲਸੇ ਦੀ ਚੜ੍ਹਦੀ ਕਲਾ ਦੀ ਗੱਲ ਸਮੇਂ ਦੀ ਲੋੜ ਹੈ। ਔਰ ਖਾਲਸਾ ਕਾਲਜ ਅੰਮ੍ਰਿਤਸਰ, ਜਿੱਥੋਂ ਮੈਂ BSc ਮੈਡੀਕਲ ਕੀਤੀ 85-87 'ਚ, ਉਸ ਖਾਲਸਾ ਕਾਲਜ ਅੰਮ੍ਰਿਤਸਰ ਦੇ ਇਤਿਹਾਸਕ ਸੰਸਥਾ ਨੇ ਬਹੁਤ ਕੁਛ ਦਿੱਤਾ ਦਾਸ ਨੂੰ। ਔਰ ਜੋ ਵੀ ਤੁਸੀਂ ਮੇਰੇ ਬਾਰੇ ਇੰਟਰੋਡਕਸ਼ਨ ਦਿੱਤੀ, ਇਹ ਸਾਰਾ ਗੁਰੂ ਰਾਮਦਾਸ ਜੀ ਦੇ ਘਰੋਂ ਹੀ ਮਿਲਿਆ ਹੋਇਆ, ਉਹਨਾਂ ਦਾ ਇਹ ਜ਼ਿੰਮੇਵਾਰੀ ਹੈ ਮੈਨੂੰ ਮਿਲੀ ਹੋਈ ਜਿੱਥੇ ਜਿੱਥੇ ਵੀ, ਇਹ ਉਹਨਾਂ ਦਾ ਆਸ਼ੀਰਵਾਦ ਹੈ। ਮੈਂ ਲਾਇਕ ਨਹੀਂ ਹੈ ਜਿੰਨੀਆਂ ਜ਼ਿੰਮੇਵਾਰੀਆਂ ਗੁਰੂ ਸਾਹਿਬ ਨੇ ਦੇ ਰੱਖੀਆਂ ਨੇ, ਬਟ ਆਈ ਐਮ ਟਰਾਈਂਗ ਟੂ ਜਸਟੀਫਾਈ my works for my community, for community development, for human development, for human rights, for culture, sports, and for ਚੜ੍ਹਦੀ ਕਲਾ of Sikhi worldwide। ਦੁਨੀਆ ਭਰ 'ਚ ਜਾਣ ਦਾ ਮੌਕਾ ਮਿਲਦਾ ਹੈ ਵਰਲਡ ਦੀਆਂ ਇਵੈਂਟਸ ਵਿੱਚ, ਵਰਲਡ ਦੀਆਂ ਕਾਨਫਰੰਸਿਸ ਵਿੱਚ। ਔਰ I always tend to highlight, the distinct identity of the Khalsa, to let the world communities know that Khalsa is exceptional, Khalsa is incredible, and Khalsa is registering his name for culture of peace in the world, the United Nations project of culture of peace। ਔਰ ਜਦੋਂ ਅੱਜ ਸਾਰੀ ਦੁਨੀਆ ਦੇ ਵਿੱਚ ਇੰਨਾ ਇਹ ਇੱਕ ਆਫਤ ਆਈ ਹੋਈ ਹੈ, ਇੱਕ ਕੁਦਰਤ ਦੀ ਆਫਤ ਆਈ ਹੋਈ ਹੈ, ਇਹਦੇ ਰਿਸਪੌਂਸਿਬਲ ਵੀ ਹਿਊਮਨ ਬੀਇੰਗਸ ਹੀ ਨੇ। ਵਰਲਡ ਦੇ ਇੱਕ ਹਿੱਸੇ ਜਾਂ ਇੱਕ ਖਿੱਤੇ 'ਚ ਵਸਦੇ ਲੋਕ ਨੇ, ਜਾਂ ਕਹਿ ਲਓ ਕਈ ਖਿੱਤਿਆਂ ਵਿੱਚ ਵਸਦੇ ਲੋਕ ਨੇ, ਜਿਨ੍ਹਾਂ ਨੇ ਕੁਦਰਤ ਦੇ ਨਾਲ ਪਿਛਲੇ ਸਮਿਆਂ ਵਿੱਚ ਖਿਲਵਾੜ ਕੀਤਾ ਹੈ। who had distorted the environment around the world, they had put the whole world and all the world communities in a big trouble। ਔਰ ਇਸ ਮੌਕੇ ਤੇ ਜਦੋਂ ਆਪਾਂ ਇਹ ਜਿਹੇ ਹਾਰਡ ਟਾਈਮਸ ਦੇ ਵਿੱਚੋਂ ਸਾਰੇ ਲੰਘ ਰਹੇ ਹਾਂ ਤੇ ਤੁਸੀਂ ਆਨਲਾਈਨ ਸਾਰਿਆਂ ਦੇ ਮੈਨੂੰ ਵੀ ਰੂਬਰੂ ਕਰ ਰਹੇ ਹੋ, ਔਰ ਮੈਂ ਇਹਦੇ ਨਾਲ ਬੜਾ ਉਤਸ਼ਾਹਿਤ ਮਹਿਸੂਸ ਕਰ ਰਿਹਾ। ਔਰ ਮੈਂ ਹੁਣੇ ਆਪ ਜੀ ਚੌਪਈ ਸਾਹਿਬ ਦਾ ਪਾਠ ਕਰ ਰਹੇ ਸੀ, ਜ਼ਿਕਰ ਕਰ ਰਹੇ ਸੀ, ਔਰ ਬੜੀ ਇਹ ਸਾਰਿਆਂ ਦਾ ਹੌਸਲਾ ਵਧਾਊ ਜਿਹੜੀ ਹੈ ਉਹ ਤੁਸੀਂ ਗੱਲ ਕਰ ਰਹੇ ਸੀ। ਔਰ ਗੁਰਬਾਣੀ ਕੀਰਤਨ ਤੇ ਗੁਰਬਾਣੀ ਤੋਂ ਵੱਡੀ ਇੰਸਪੀਰੇਸ਼ਨ ਹੋਰ ਕਿਤੋਂ ਮਿਲ ਨਹੀਂ ਸਕਦੀ ਇਨਸਾਨ ਨੂੰ, ਮੈਂ ਸਮਝਦਾ। ਔਰ ਇਹ ਸਾਰਾ ਕੁਛ ਆਪਾਂ ਨੂੰ ਗੁਰਬਾਣੀ ਨੇ ਹੀ ਦਿੱਤਾ ਹੋਇਆ, ਖਾਲਸੇ ਨੂੰ, ਸਿੱਖਾਂ ਨੂੰ, ਸਾਰਿਆਂ ਨੂੰ। ਔਰ ਇਹ ਬੜਾ ਟਾਈਮ ਇੰਨਾ ਕ੍ਰਿਟੀਕਲ ਟਾਈਮ ਹੈ ਜੋ ਮੈਂ ਸਮਝਦਾ। ਔਰ ਇਹਦੇ ਵਿੱਚ ਜਿਸ ਤਰ੍ਹਾਂ ਮੈਂ ਕਹਾਂਗਾ ਕਿ ਐਕਸਪੋਨੈਂਸ਼ੀਅਲੀ ਇਹ ਜਿਹੜੇ ਪੀੜਤ ਲੋਕ ਨੇ, ਐਕਸਪੋਨੈਂਸ਼ੀਅਲੀ ਉਹ ਸਾਰੇ ਵਰਲਡ ਦੇ ਵਿੱਚ ਵੱਧ ਰਹੇ ਨੇ।
is a very dangerous trend, I could say. And the role of Khalsa is very much significant these days, you know, to inspire Sikh community itself, you know, to inspire the world communities, to pray for all the world communities around the world, and let them know the importance and significance of Simran in today's era, because Simran can cut the grievances, lessen the grievances, and even, you know, eradicate all sort of grievances around the world. और चौपाई साहब सिमरन ਇਹ ਸਮੇਂ ਦੀ ਲੋੜ ਹੈ, ਔਰ ਜਿੱਥੇ ਆਪਾਂ ਆਪਣੀ ਕਮਿਊਨਿਟੀ ਲਈ ਇਹ ਸਿਮਰਨ ਤੇ ਚੌਪਈ ਸਾਹਿਬ ਤੇ ਗੁਰਬਾਣੀ ਸਰਵਣ ਕਰਨਾ, ਤੇ ਉਸ ਦੇ ਨਾਲ ਅਸੀਂ ਦੁਨੀਆ ਦੀਆਂ ਕੌਮਾਂ ਵਾਸਤੇ ਵੀ ਜਿਸ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਮੈਂ ਪੜ੍ਹਿਆ, ਉਸ ਖਾਲਸਾ ਕਾਲਜ ਦੇ ਇਤਿਹਾਸ ਨੇ ਔਰ ਉਸ ਖਾਲਸਾ ਕਾਲਜ ਦੀ ਬਿਲਡਿੰਗ ਨੇ, ਉੱਥੋਂ ਦੇ ਪ੍ਰੋਫੈਸਰਾਂ ਨੇ ਜੋ ਕੁਛ ਮੈਨੂੰ ਐਡਵਾਈਸ ਕੀਤਾ, ਜੋ ਮੈਨੂੰ ਪੜ੍ਹਾਇਆ ਔਰ ਜੋ ਕੁਛ ਮੈਂ ਉੱਥੋਂ ਗ੍ਰਹਿਣ ਕੀਤਾ, ਮੈਂ ਦੁਨੀਆ ਭਰ 'ਚ ਜਾ ਕੇ ਇੱਕ ਨਿਮਾਣੇ ਸੇਵਾਦਾਰ ਦੇ ਤੌਰ ਤੇ ਕੋਸ਼ਿਸ਼ ਕਰਦਾ ਹੁੰਦਾ ਕਿ ਜਿੱਥੇ ਪੱਗ ਦੇ ਬਾਰੇ ਮਿਸਕਨਸੈਪਸ਼ਨ ਨੇ, ਦੁਨੀਆ ਦੀ ਕੌਮਾਂ ਨੂੰ ਪਤਾ ਲੱਗੇ ਕਿ ਖਾਲਸਾ ਐਕਸੈਪਸ਼ਨਲ ਹੈ, ਇਨਕ੍ਰੈਡੀਬਲ ਹੈ, ਇਹਦਾ ਰੋਲ ਵੀ ਇਨਕ੍ਰੈਡੀਬਲ ਹੈ ਔਰ ਇਹਦਾ ਰੋਲ ਕੰਸਟਰਕਟਿਵ ਹੈ ਫॉर द ਵੈਲਫੇਅਰ ਆਫ ਹਿਊਮੈਨਿਟੀ ਅਰਾਊਂਡ ਦ ਵਰਲਡ। ਔਰ ਜੋ ਡਾਕਟਰ ਸਾਹਿਬ ਅੱਜ ਦੁਨੀਆ ਦੇ ਵਿੱਚ ਮੈਂ ਸਮਝਦਾ ਕਿ ਇਹਦਾ ਕਹਿਰ ਹੈ ਕੋਵਿਡ ਦਾ, ਇਹ ਜਿਹੜੀ ਨੈਚੁਰਲ ਡਿਜ਼ਾਸਟਰ ਹੈ, ਮੈਂ ਸਮਝਦਾ ਕਿ ਨੈਚੁਰਲ ਡਿਜ਼ਾਸਟਰ ਬਹੁਤ ਵੱਡਾ ਹੈ ਔਰ ਇਹਦੇ ਵਿੱਚ ਡਿਮੋਰਲਾਈਜੇਸ਼ਨ ਔਰ ਲੋਕਾਂ ਦੇ ਵਿੱਚ ਆਈ ਹੋਈ, ਪਰਟੀਕੁਲਰਲੀ ਜਦੋਂ ਮੈਂ ਨਾਰਥ ਅਮਰੀਕਨ ਲੋਕ ਦੇਖਦਾ, ਖਾਸ ਤੌਰ ਤੇ ਅਮਰੀਕਾ ਦੇ ਲੋਕ ਜਾਂ ਸ਼ੈਂਕਨ ਕੰਟਰੀਜ਼ ਦੇ ਯੂਰਪੀਅਨ ਜਿਹੜੇ ਲੋਕ ਨੇ, the way they are feeling frightened tackling this, you know, COVID crisis, the crisis getting deepened and deepened day by day। और उस मौके खालसे का एक रोल है, एक सिख का रोल है, क्योंकि सिख इज प्रेजेंट इन एवरी पार्ट, एवरी नूक एंड कॉर्नर ऑफ द वर्ल्ड। और उत्थे दियां कौमां नूं इंस्पायर करना सिमरन राही और उत्थों दियां कौमां नूं मोटिवेट करना और मीडिया राही, ऑनलाइन मीडिया राही उन्हां लई प्रे करना और उन्हां नूं पॉजिटिव थिंकिंग लई होप सस्टेन्स लाइफ, ਇਹਦੇ ਬਾਰੇ ਉਹਨਾਂ ਨੂੰ ਕਹਿਣਾ। ਔਰ ਇਹ ਬੜਾ ਵੱਡਾ ਮੈਂ ਸਮਝਦਾ ਕਿ ਬੜਾ ਵੱਡਾ ਸਾਡੇ ਲਈ ਇੱਕ ਸੇਵਾ ਹੈ ਕਿ ਜਿਹਦੇ 'ਚ ਸਾਨੂੰ ਆਪਦੀ ਕੌਮ ਬਾਰੇ ਹੀ ਨਹੀਂ ਫਿਕਰ ਕੱਲਾ, ਸਾਨੂੰ ਦੁਨੀਆ ਦੀਆਂ ਕੌਮਾਂ ਬਾਰੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਵੇਂ ਸਾਰੀਆਂ ਕੌਮਾਂ ਦਾ ਸਤਿਕਾਰ ਤੇ ਸਾਰੀਆਂ ਕੌਮਾਂ ਦੇ ਭਲੇ ਵਾਸਤੇ, ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ, ਔਰ ਹਰ ਇੱਕ ਸਿੱਖ ਦਾ ਇਹ ਫਰਜ਼ ਬਣਦਾ ਹੈ ਕਿ ਸਰਬੱਤ ਦੇ ਭਲੇ ਦੀ ਗੱਲ ਕਰਨ ਦਾ ਬਹੁਤ ਇਹ ਗੰਭੀਰ ਮੌਕਾ ਹੈ। ਔਰ ਇਸ ਮੌਕੇ ਤੇ ਮੈਂ ਜਿਵੇਂ ਕਿ ਮੇਰੀ ਭਾਵਨਾ ਹੈ, ਜਿਵੇਂ ਮੈਂ ਸਮਝਦਾ ਹਾਂ ਕਿ ਖਾਲਸਾ ਏਡ ਭਾਈ ਰਵੀ ਸਿੰਘ ਜੀ ਇੰਨਾ ਹਿਸਟੋਰਿਕ ਰੋਲ ਇੱਕ ਖਾਲਸਾਈ ਹੋ ਕੇ, ਇੱਕ ਸਿੱਖ ਹੋ ਕੇ ਉਹ ਨਿਭਾ ਰਹੇ ਨੇ, ਪੀੜਤ ਮਨੁੱਖਤਾ ਦੇ ਕੋਲ ਜਾਂਦੇ ਨੇ ਔਰ ਪੀੜਤ ਮਨੁੱਖਤਾ ਤੱਕ ਅਪਰੋਚ ਕਰਦੇ ਨੇ ਔਰ ਇਸ ਮੌਕੇ ਤੇ ਉਹ ਦੁਨੀਆ ਦੇ ਲੋਕਾਂ ਨੂੰ ਫੀਡ ਕਰ ਰਹੇ ਨੇ, ਫੂਡ ਦੇ ਰਹੇ ਹੈ। ਔਰ ਮੈਂ ਸਮਝਦਾ ਕਿ ਉਸਾਰੂ ਕੰਮ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਲੰਗਰ ਦੀ ਸੇਵਾ ਵਿਸ਼ਾਲ ਪੱਧਰ ਤੇ ਪੰਜਾਬ ਦੇ ਅੰਦਰ ਆਰੰਭੀ ਹੋਈ ਹੈ ਔਰ ਬਹੁਤ ਸਾਰੀਆਂ ਸਿੱਖ ਸੰਸਥਾਵਾਂ, ਸੁਸਾਇਟੀਜ਼ ਨੇ ਬੜਾ ਉਹਨਾਂ ਦਾ ਪੋਜ਼ਿਟਿਵ ਰੋਲ ਹੈ ਕਿ ਜਿਹੜੇ ਲੋਕਾਂ ਨੂੰ ਫੂਡ ਦੀ ਲੋੜ ਹੈ, ਜਿਹੜੇ ਲੋਕਾਂ ਨੂੰ ਇੰਸਪੀਰੇਸ਼ਨ ਦੀ ਲੋੜ ਹੈ, ਉਹਨਾਂ ਨੂੰ ਇਹ ਲੋਕ ਦੇ ਰਹੇ ਨੇ, ਇੰਸਪੀਰੇਸ਼ਨ ਵੀ ਦੇ ਰਹੇ ਆ, ਫੂਡ ਵੀ ਦੇ ਰਹੇ ਆ। ਔਰ ਜਦੋਂ ਇਹ ਖਾਲਸੇ ਨੂੰ, ਸਿੱਖ ਨੂੰ ਚੜ੍ਹਦੀ ਕਲਾ 'ਚ ਵੇਖਦੇ ਆ, ਸੇਵਾ ਨਿਭਾਉਂਦੇ ਆ, ਤਾਂ ਮੈਂ ਸਮਝਦਾ ਹਾਂ ਕਿ ਇਹ ਸੁਭਾਵਿਕ ਹੈ, ਨੈਚੁਰਲ ਹੈ ਕਿ ਦੁਨੀਆ ਦੀਆਂ ਉਹ ਕੌਮਾਂ ਜਿਨ੍ਹਾਂ ਦੀ ਮਦਦ ਸਿੱਖ ਕੌਮ ਸਮੇਂ-ਸਮੇਂ ਕਰਦੀ ਰਹਿੰਦੀ ਹੈ, ਉਹ ਸਿੱਖਾਂ ਦੇ ਕੰਟੈਕਟ 'ਚ ਆਉਣ ਤੋਂ ਬਾਅਦ ਤੇ ਉਹਨਾਂ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਇੰਪ੍ਰੈਸ ਵੀ ਹੁੰਦੀ। ਜਿਵੇਂ ਕਿ ਡਾਕਟਰ ਸਾਹਿਬ ਰੀਸੈਂਟਲੀ ਜਿਹੜਾ ਤੁਸੀਂ ਦੱਸ ਰਹੇ ਸੀ ਵੀ 5 ਸਾਲ ਬਾਅਦ ਜਿਹੜਾ ਸਾਡਾ ਇੱਕ ਟਾਈਮ ਬੜਾ ਵੱਡਾ ਆ ਰਿਹਾ ਜੀ, ਉਹਦੇ ਬਾਰੇ ਇੱਕ ਮਿੰਟ ਸਿਰਫ ਜ਼ਰੂਰ ਸਾਰੇ ਸੰਗਤਾਂ ਨੂੰ ਦੱਸੋ ਜੀ, ਫਿਰ ਆਪਾਂ ਸਵਾਲ ਜਵਾਬ ਲਵਾਂਗੇ ਸੰਗਤਾਂ ਦੇ ਜੀ। ਬਹੁਤ ਵੱਡਾ
ਦਿਹਾੜਾ ਆ ਰਿਹਾ, ਮੈਂ ਬੈਠੇ ਜਦੋਂ ਵਿਸਾਖੀ ਦਾ ਦਿਨ ਆਇਆ, ਇਹ ਮੈਂ ਵੀ ਨਹੀਂ ਸੀ ਐਕਸਪਲੋਰ ਕੀਤਾ ਕਿ ਖਾਲਸੇ ਦੇ ਜਨਮ ਦਿਨ ਦੇ ਹਿਸਟੋਰਿਕ 325 ਈਅਰਸ ਆ ਰਹੇ ਨੇ। ਤੇ ਮੈਂ ਜਦੋਂ ਈਅਰਸ ਗਿਣੇ ਵਿਸਾਖੀ ਵਾਲੇ ਦਿਨ 321 ਵਰੇ, ਤੇ ਮੈਂ ਖੁਸ਼ ਹੋ ਗਿਆ ਆਪਣੇ ਆਪ 'ਚ ਹੀ। ਮੈਨੂੰ ਚੜ੍ਹਦੀ ਕਲਾ ਦਾ ਅਹਿਸਾਸ ਹੋਇਆ ਕਿ ਖਾਲਸੇ ਦੇ 325 ਵਰੇ ਆਉਣ ਵਾਲੇ ਆ, 4 ਵਰੇ ਰਹਿ ਗਏ। ਔਰ ਮੈਂ ਆਪਦੀ ਜਿਹੜੀ ਸਾਡੀ ਖਾਲਸਾ ਕਾਲਜ ਅੰਮ੍ਰਿਤਸਰ ਗਲੋਬਲ ਐਲੂਮਨੀ ਐਸੋਸੀਏਸ਼ਨ ਹੈ, ਜਿਸ 'ਚ ਮੇਰੀ ਉਹਨਾਂ ਨੇ ਐਜ਼ ਏ ਕਨਵੀਨਰ ਸੇਵਾ ਲਾਈ ਹੋਈ ਹੈ। ਮੈਂ ਛੋਟਾ ਜਿਹਾ ਸੇਵਾਦਾਰ ਆ ਉੱਥੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਵਿੱਚ ਵੀ। ਤੇ ਮੈਂ ਉਹਨਾਂ ਨਾਲ ਗੱਲ ਕੀਤੀ ਵੀ ਖਾਲਸਾ ਕਾਲਜ ਦਾ ਤਾਂ ਰੋਲ ਹੈ ਹੀ, ਸਾਰੇ ਖਾਲਸਿਆਂ ਦਾ ਰੋਲ ਹੈ ਵੀ 4 ਵਰੇ ਆਪਾਂ ਨੂੰ ਤਿਆਰੀ ਲਈ ਮਿਲ ਗਏ, ਦੁਨੀਆ ਦੀਆਂ ਕੌਮਾਂ ਨੂੰ ਦੱਸਣ ਲਈ, ਦੁਨੀਆ ਨੂੰ ਦੱਸਣ ਲਈ। ਔਰ ਜੇ ਆਪਾਂ 325 ਵਰਿਆਂ ਦੀ ਗੱਲ ਹੁਣੇ ਸ਼ੁਰੂ ਕਰ ਦਈਏ ਤੇ ਆਪਾਂ ਜਿਹੜਾ ਕੋਵਿਡ ਕ੍ਰਾਈਸਿਸ ਆ ਇਹਨੂੰ ਵੀ ਨਾਲ ਹੀ ਡਿਫੀਟ ਕਰ ਲਾਂਗੇ। ਇਹ ਇਸੇ ਚੜ੍ਹਦੀ ਕਲਾ 'ਚ ਹੀ ਡਿਫੀਟ ਹੋ ਜੂਗਾ। ਸੋ ਨਿਹਾਲ। ਸ੍ਰੀ ਅਕਾਲ। ਔਰ ਵਧੀਆ। ਹੋਪ ਡਾਕਟਰ ਸਾਹਿਬ ਮੈਂ ਬੇਨਤੀ ਕਰਾਂਗਾ, ਆਪਾਂ ਸੰਗਤਾਂ ਨੂੰ ਬੇਨਤੀ ਕਰੀਏ ਕਿ ਕੁਝ ਉਹਨਾਂ ਨੇ ਸਵਾਲ ਜਾਂ ਕੋਈ ਗੱਲ ਕਹਿਣੀ ਹੋਵੇ ਤੁਹਾਡੇ ਨਾਲ। ਹਾਂਜੀ ਹਾਂਜੀ ਜ਼ਰੂਰ ਜ਼ਰੂਰ ਜੀ। ਮੈਂ ਛੋਟਾ ਜਿਹਾ ਸੇਵਾਦਾਰ ਹਾਂ ਜੀ, ਜੇ ਜਿੰਨੇ ਕੁ ਜੋਗਾ ਹੋਇਆ ਮੈਂ ਜ਼ਰੂਰ ਸਾਰੇ ਭੈਣ ਭਰਾਵਾਂ ਨੂੰ ਮੈਂ ਬੇਨਤੀ ਕਰਾਂਗਾ ਸਾਰੀ ਸੰਗਤਾਂ ਨੂੰ। ਇਸ ਵੇਲੇ 245 ਪਰਿਵਾਰ ਸਾਡੇ ਨਾਲ ਜੁੜੇ ਹੋਏ ਨੇ। ਤੁਹਾਡੇ ਮਨ 'ਚ ਕੋਈ ਗੱਲ ਆਏ ਤੁਸੀਂ ਟੈਕਸਟ ਕਰਕੇ ਵੀ ਪੁੱਛ ਸਕਦੇ ਹੋ ਜਾਂ ਹੈਂਡ ਰੇਜ਼ ਕਰ ਸਕਦੇ ਹੋ। ਮੈਂ ਬੜੇ ਸੰਖੇਪ ਵਿੱਚ ਦੱਸਾਂ ਕਿ ਡਾਕਟਰ ਸਾਹਿਬ ਨੇ 3 ਗੱਲਾਂ ਕਹੀਆਂ ਨੇ ਮੇਨ। ਪਹਿਲੀ ਗੱਲ ਕਿ ਅਸੀਂ ਸਾਰੇ ਸਿਮਰਨ ਨਾਲ ਜੁੜ ਕੇ ਆਪਣੇ ਆਲੇ ਦੁਆਲੇ ਸਾਰੇ ਲੋਕਾਂ ਨੂੰ ਇੰਸਪਾਇਰ ਕਰੀਏ, ਉਹਨਾਂ ਦੇ ਹੌਸਲੇ ਬੁਲੰਦ ਕਰੀਏ। ਇਹ ਲਿਖ ਲਓ ਜੀ ਸਾਰੇ ਆਪਣੀ ਕਾਪੀਆਂ ਵਿੱਚ। ਅਸੀਂ ਸਿਮਰਨ ਕਰਨਾ ਹੈ ਤੇ ਆਲੇ ਦੁਆਲਿਆਂ ਦੇ ਹੌਸਲੇ ਬੁਲੰਦ ਕਰਨੇ ਨੇ। ਦੂਸਰੀ ਗੱਲ ਡਾਕਟਰ ਸਾਹਿਬ ਨੇ ਕਹੀ ਹੈ, ਜਦ ਤੱਕ ਤੁਸੀਂ ਸਵਾਲ ਪੁੱਛਦੇ ਹੋ ਜੀ ਤਦ ਤੱਕ ਮੈਂ ਬੇਨਤੀ ਕਰਾਂ ਕਿ ਅਸੀਂ ਸਾਰਿਆਂ ਨੇ ਪ੍ਰੇਅਰ ਕਰਨੀ ਹੈ। ਔਰ ਆਲਰੇਡੀ ਬੜੇ ਗੁਰਸਿੱਖ ਪ੍ਰੇਅਰ ਕਰ ਰਹੇ ਨੇ ਕਿ ਜਗਤ ਜਲੰਦਾ ਰੱਖ ਲੈ। ਬੜੇ ਲੋਕ ਇਹਨੂੰ ਸ਼ਬਦ ਪੜ੍ਹ ਰਹੇ ਨੇ ਜੀ। ਇਸ ਸਾਲ ਵਿਸਾਖੀ ਤੇ ਵੀ ਇਹ ਸ਼ਬਦ ਪੜ੍ਹੇ ਗਏ ਨੇ। ਹਾਂਜੀ। ਤੇ ਤੀਸਰਾ ਜਿਹੜੀ ਗੱਲ ਡਾਕਟਰ ਸਾਹਿਬ ਨੇ ਬੜੀ ਜ਼ਰੂਰੀ ਕਹੀ ਹੈ ਕਿ ਇਸ ਵੇਲੇ ਖਾਲਸੇ ਦਾ ਰੋਲ ਬੜਾ ਕ੍ਰਿਟੀਕਲ ਹੈ। ਅਸੀਂ ਬਾਕੀਆਂ ਇਹ ਨਹੀਂ ਸੋਚਣਾ ਵੀ ਅਸੀਂ ਆਪਣਾ ਹੀ ਬਚਾਅ ਕਰਨਾ ਹੈ, ਨਹੀਂ, ਅਸੀਂ ਜਿਹੜੇ ਦੂਸਰੇ ਡੁੱਬ ਰਹੇ ਨੇ ਉਹਨਾਂ ਨੂੰ ਬਚਾਉਣਾ ਹੈ। ਔਰ ਉਹਦੇ ਲਈ ਜ਼ਰੂਰ ਹੈ, ਚਾਹੇ ਲੰਗਰ ਦਾ ਸਾਡਾ ਰੋਲ ਹੈ, ਚਾਹੇ ਪ੍ਰੇਰਨਾ ਦਾ ਰੋਲ ਹੈ। ਮੈਂ ਸਮਝਣਾ ਜੋ ਗੱਲ ਕੀਤੀ ਹੈ ਡਾਕਟਰ ਸਾਹਿਬ ਨੇ ਖਾਲਸਾ ਏਡ ਦੀ ਜਾਂ ਹੋਰ ਵੀ ਸੰਸਥਾਵਾਂ, ਬੜੂ ਸਾਹਿਬ ਬੜਾ ਅੱਛਾ ਕੰਮ ਕਰ ਰਹੀ ਹੈ, ਯੂਨਾਈਟਿਡ ਸਿੱਖਸ ਕਰ ਰਹੇ ਨੇ, ਲੋਕਲ ਗੁਰਦੁਆਰੇ ਕਿੰਨਾ ਕਰ ਰਹੇ ਨੇ, SGPC ਕਰ ਰਹੀ ਹੈ। ਮਤਲਬ ਇੰਨੀ ਕਮਾਲ ਦੀ ਸੇਵਾ ਹੋ ਰਹੀ ਹੈ। ਤੇ ਅਸੀਂ ਸਾਰੇ ਜਣੇ ਇਸ ਵੇਲੇ ਸਾਨੂੰ ਸਾਰੇ ਸੰਸਾਰ ਦਾ ਫਿਕਰ ਕਰਨਾ ਚਾਹੀਦਾ ਹੈ। ਇਹ ਜਿਹੜੀ ਗੱਲ ਡਾਕਟਰ ਸਾਹਿਬ ਨੇ ਕਹੀ ਇਹ ਬੜੀ ਇੰਪੋਰਟੈਂਟ ਹੈ ਕਿ ਅਸੀਂ ਸਾਰੇ ਸੰਸਾਰ ਦਾ ਫਿਕਰ ਕਰੀਏ। 2-3 ਹੈਂਡ ਰੇਜ਼ ਹੋਏ ਨੇ ਜੀ। ਜਸਜੋਤ ਜੀ ਦਿਓ ਇਹਨਾਂ ਨੂੰ ਵਾਰੀ, ਇਹਦੇ ਜੋ ਵਿਚਾਰ ਕਰਨਾ ਚਾਹੁੰਦੇ ਨੇ ਜੀ। ਹਾਂਜੀ ਵੀਰ ਜੀ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਦਾਸ ਅੰਮ੍ਰਿਤਸਰ ਤੋਂ ਮਨਜੀਤ ਸਿੰਘ। ਵਾਹਿਗੁਰੂ ਜੀ ਧੰਨਵਾਦ। ਮੈਨੂੰ ਮੈਸੇਜ ਆਇਆ ਸੀ ਕਿਸੇ ਭੈਣ ਜੀ ਵੱਲੋਂ ਤੇ ਮੈਂ ਫਿਰ ਹੁਣ ਲੇਟ ਜੁਆਇਨ ਕੀਤਾ ਤੇ ਬੜੀ ਖੁਸ਼ੀ ਹੋਈ ਹੈ। ਆਪਣਾ ਮੈਂ ਚਾਹੁੰਦਾ ਵੀ ਅਸੀਂ ਆਨਲਾਈਨ ਅਸੀਂ ਸੰਥਿਆ ਕਰੀਏ ਤੇ ਗੁਰੂ ਸਾਹਿਬ ਨੇ ਆਪੇ ਸਬਬ ਬਣਾਤਾ। ਪਹਿਲਾਂ ਅਸੀਂ ਕਰਦੇ ਹੁੰਦੇ ਸੀਗੇ ਤੇ ਅਸੀਂ ਅੰਮ੍ਰਿਤਸਰ 'ਚ ਸਾਡੇ ਅਖੰਡ ਗਿਆਨ ਜਥੇ ਵੱਲੋਂ ਇੱਕ ਟਰਸਟ ਬਣਾਇਆ ਰੰਗਲੇ ਸੱਜਣ ਟਰਸਟ। ਵਾਹ ਜੀ ਵਾਹ। ਹਾਂਜੀ। ਤੇ ਉੱਥੇ ਸੰਥਿਆ ਹੁੰਦੀ ਆ, ਮਤਲਬ ਹੁਣ ਚਲੋ ਬੰਦ ਹੋਈ ਆ, ਬੱਚਿਆਂ ਨੂੰ ਕਰਾਈ ਦੇ ਆ, ਕੀਰਤਨ ਵੀ ਸਿਖਲਾਈ ਸਭ ਕੁਝ ਸੱਚੇ ਪਾਤਸ਼ਾਹ ਕਰਵਾਉਂਦੇ ਪਏ ਤੇ ਖੁਸ਼ੀ ਹੋਈ। ਚਲੋ ਤੁਸੀਂ ਬੜਾ ਵਧੀਆ ਉਪਰਾਲਾ ਤੁਹਾਡਾ। ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ ਜੀ। ਹਾਂਜੀ, ਬਹੁਤ ਖੁਸ਼ੀ ਹੋਈ। ਵਾਹਿਗੁਰੂ ਜੀ। ਹਾਂਜੀ ਗੁਰਪ੍ਰੀਤ ਸਿੰਘ ਜੀ। ਹਾਂਜੀ, ਹੋਰ ਵੀ ਜਿਨ੍ਹਾਂ ਨੇ ਗੱਲ ਕਰਨੀ ਹੈ ਹੈਂਡ ਰੇਜ਼ ਕਰੋ ਜੀ। ਹਾਂਜੀ ਭੈਣ ਜੀ, ਕਿਹੜੀ ਜਗ੍ਹਾ ਤੋਂ ਜੀ? ਹਾਂਜੀ, ਅਸੀਂ ਬਹਿਰੂ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਵੀਗੜ੍ਹ ਬਹਿਰੂ ਤੋਂ ਜੀ। ਦੇਵੀਗੜ੍ਹ ਇਹ ਕਿੱਥੇ ਹੈ ਜੀ? ਇਹ ਪਟਿਆਲੇ ਕੋਲ ਆ ਜੀ। ਪਟਿਆਲੇ। ਹਾਂਜੀ 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 ਪਟਿਆਲੇ। ਹਾਂਜੀ, ਮੈਂ ਨਾ ਸਾਰਿਆਂ ਦਾ ਧੰਨਵਾਦ ਕਰਨਾ। ਮੈਂ ਬਹੁਤ ਖੁਸ਼ ਹਾਂ ਜੀ ਇਸ ਪ੍ਰੋਗਰਾਮ ਤੋਂ ਜੀ। ਬਹੁਤ ਵਧੀਆ ਲੱਗ ਰਿਹਾ ਜੀ, ਤੁਸੀਂ ਸੰਗਤ ਨੂੰ ਜੋੜ ਰਹੇ ਹੋ। ਬਸ ਮੈਂ ਅੱਜ ਇੰਨੀ ਗੱਲ ਹੀ ਕਰਨੀ, ਸਾਰਾ ਧੰਨਵਾਦ ਕਰਨਾ। ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ ਜੀ, ਧੰਨਵਾਦ ਜੀ। ਹਾਂਜੀ ਵੀਰ ਜੀ। ਰਵਿੰਦਰ ਸਿੰਘ ਜੀ। ਵੀਰ ਜੀ, ਮੈਂ ਡਾਕਟਰ ਦਵਿੰਦਰ ਸਿੰਘ ਹੋਣਾ ਨਾਲ
ਸੁਣਿਆ ਹੈ, ਬਹੁਤ ਵਧੀਆ ਇਹਨਾਂ ਨੇ 3 ਗੱਲਾਂ ਜਿਹੜੀਆਂ ਕਹੀਆਂ ਨੇ ਖਾਲਸੇ ਦੀ ਕੁਝ ਪਹਿਚਾਣ ਬਣਾਉਣ ਵਾਸਤੇ ਪੂਰੀ ਦੁਨੀਆ 'ਚ ਬਹੁਤ ਵਧੀਆ ਓਪਰਚੁਨਿਟੀ ਹੈ ਸਾਡੇ ਵਾਸਤੇ। ਮੈਂ ਵੀਰ ਜੀ ਨੂੰ ਪੁੱਛਾਂਗਾ ਕਿ ਇਸ ਓਪਰਚੁਨਿਟੀ ਨੂੰ ਕਿਵੇਂ ਕੈਸ਼ ਕਰ ਰਹੇ ਨੇ? ਹਾਲੇ 4 ਸਾਲ ਸਾਡੇ ਕੋਲ ਤਿਆਰੀ ਲਈ ਪਏ ਨੇ, ਆਪਾਂ ਸਾਰੇ ਜਣੇ ਰਲ ਕੇ ਕਿਸ ਚੀਜ਼ ਦੀ ਤਿਆਰੀ ਕਰੀਏ ਕਿ ਉਹ ਆਉਣ ਵਾਲਾ 4 ਸਾਲ ਬਾਅਦ ਦਾ ਇਵੈਂਟ ਜਿਹੜਾ ਉਹ ਇੱਕ ਯਾਦਗਾਰ ਵੀ ਔਰ ਖਾਲਸੇ ਲਈ ਉਹ ਬਹੁਤ ਵਧੀਆ ਇੱਕ ਸਮਾਗਮ ਹੋ ਕੇ ਨਿਬੜੇ। ਉਹ ਕੀ ਕਰਨਾ ਚਾਹੀਦਾ ਸਾਨੂੰ? ਬਹੁਤ ਅੱਛੇ ਜੀ, ਬਹੁਤ ਅੱਛੇ ਜੀ, ਬਹੁਤ ਅੱਛਾ ਤੁਸੀਂ ਸਵਾਲ ਕੀਤਾ ਵੀਰ ਜੀ। ਆਲਰੇਡੀ ਦਾਸ ਇਸ ਵਿਸ਼ੇ ਤੇ ਕੰਮ ਕਰ ਰਿਹਾ, ਪਰ ਜਦੋਂ ਤੁਸੀਂ ਅੰਮ੍ਰਿਤਸਰ ਇੰਟਰਨੈਸ਼ਨਲ ਫੋਕ ਫੈਸਟੀਵਲ YouTube ਤੇ ਗੂਗਲ ਸਰਚ ਕਰੋਗੇ, ਤੁਸੀਂ ਦੇਖ ਸਕਦੇ ਹੋ ਦੁਨੀਆ ਦੀਆਂ ਕੌਮਾਂ ਨੂੰ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਸੱਦ ਕੇ ਸ਼੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਾਉਣਾ ਤੇ ਗੁਰੂ ਰਾਮਦਾਸ ਜੀ ਦੇ ਘਰ ਜਾ ਕੇ ਉਹਨਾਂ ਕੌਮਾਂ ਦੇ ਜਿਹੜੇ ਡੈਲੀਗੇਟ ਆਏ ਹੋਏ ਆ ਤੇ ਵਰਲਡ ਪੀਸ ਲਈ ਪ੍ਰੇਅਰ ਕਰਨੀ। 2002 ਪਹਿਲੀ ਵਾਰੀ ਸਲੋਵਾਕੀਆ ਤੋਂ, ਬ੍ਰਾਟਿਸਲਾਵਾ ਤੋਂ ਡੈਲੀਗੇਸ਼ਨ ਅਸੀਂ ਇਨਵਾਈਟ ਕੀਤਾ ਸੀ, ਤੇ ਐਸੇ ਵਰੇ ਸਾਡੇ ਕੋਲੇ ਮੈਕਸੀਕੋ ਤੋਂ ਡੈਲੀਗੇਸ਼ਨ ਆਇਆ ਸੀ, ਤੇ ਉਸ ਡੈਲੀਗੇਸ਼ਨ ਨੇ ਜਿੱਥੇ ਪੰਜਾਬ ਦੇ ਹੈਰੀਟੇਜ ਨੂੰ ਐਕਸਪਲੋਰ ਕੀਤਾ, ਸਿੱਖ ਹੈਰੀਟੇਜ ਨੂੰ ਵੀ ਐਕਸਪਲੋਰ ਕੀਤਾ, ਕਿਉਂਕਿ ਇਹ ਮੈਂ ਪੰਜਾਬੀ ਵਿਰਾਸਤ ਤੇ ਮੈਂ ਵਰਕ ਕਰ ਰਿਹਾ ਤੇ ਮੇਰਾ ਜਿਹੜਾ ਐਮਫੈਸਿਸ ਹੈ ਉਹ ਸਿੱਖ ਵਿਰਾਸਤ ਹੈ। ਔਰ ਬਹੁਤ ਥਾਵਾਂ ਤੇ ਮੈਂ ਜਿਹੜੇ ਇਕੱਲੇ ਪੰਜਾਬੀ ਕਲਚਰ ਦੀ ਗੱਲ ਕਰਦੇ ਆ ਉਹਨਾਂ ਨਾਲ ਮੈਂ ਡਿਬੇਟ ਵੀ ਕਰਦਾ, ਔਰ ਉਹਨਾਂ ਨੂੰ ਮੈਂ ਕਨਵਿੰਸ ਕਰਾਉਣ 'ਚ ਕਾਮਯਾਬ ਹੋ ਜਾਂਦਾ ਕਿ ਸਿੱਖ ਹੈਰੀਟੇਜ is the best heritage in the world, one of the best heritage। ਡਾਕਟਰ ਸਾਹਿਬ ਮੇਰੀ ਇੱਕ ਬੇਨਤੀ ਹੈ, ਤੁਹਾਡੇ ਪਿੱਛੇ ਜਿਹੜੀ ਹੈ ਬਹੁਤ ਪਿਆਰੀ ਹੈ ਆਪਣਾ ਪੇਂਟਿੰਗ ਹੈ, ਇਹ ਵੀ ਥੋੜੀ ਜਿਹੀ ਸਾਨੂੰ ਦਿਖਾਓ ਜੀ, 1 ਮਿੰਟ ਇਹਦੇ ਬਾਰੇ ਵੀ ਦੱਸੋ ਜੀ। ਬਹੁਤ ਵਧੀਆ ਥਾਂ ਤੇ ਬੈਠੇ ਹੋ ਜੀ, ਜਰਾ ਦਿਖਾ ਦਿਓ ਸਾਨੂੰ ਇਹ ਕੀ ਹੈ। ਹਾਂਜੀ ਬਿਲਕੁਲ ਜੀ, ਬਿਲਕੁਲ ਜੀ, ਹਾਂਜੀ ਤੁਸੀਂ ਕਿਹਾ ਤੇ ਦੇਖ ਰਹੇ ਹੋ ਜੀ। ਇਹ ਥੋੜਾ ਜਿਹਾ ਹੋਰ ਜੀ। ਹਾਂ ਹਾਂਜੀ ਹਾਂਜੀ, ਗੁਰੂ ਹਰਗੋਬਿੰਦ ਸਾਹਿਬ, ਹਾਂਜੀ ਹਾਂਜੀ ਹਾਂਜੀ, 6ਵੇਂ ਪਾਤਸ਼ਾਹ ਜੀ ਨੂੰ ਥੋੜਾ ਉੱਪਰ ਕਰਨਾ। ਹਾਂਜੀ, ਘੋੜਾ ਭੇਂਟ ਕਰ ਰਹੇ ਆ ਸਾਡੇ ਵੱਡੇ ਬਾਬਾ ਬਿਧੀ ਚੰਦ ਜੀ ਸੀ ਨਾ। ਅੱਛਾ, ਵਾਹ ਜੀ ਵਾਹ, ਅੱਛਾ ਵਾਹ ਜੀ ਵਾਹ। ਅੱਛਾ ਤੁਸੀਂ ਤੁਹਾਡਾ ਬਾਬਾ ਬਿਧੀ ਸਿੰਘ ਜੀ ਦਾ, ਤੁਹਾਡਾ ਬਾਬਾ ਬਿਧੀ ਚੰਦ ਜੀ ਦੇ ਨਾਲ ਤੁਹਾਡਾ ਪਰਿਵਾਰ ਦਾ, ਇਹ ਥੋੜਾ ਦੱਸੋ ਜੀ। ਅਸੀਂ ਬਿਧੀ ਚੰਦੀਏ ਆ ਜੀ, ਅਸੀਂ ਬਾਬਾ ਜੀ ਦੇ ਬੱਚੇ ਆ। ਵਾਹ ਜੀ ਵਾਹ ਜੀ ਵਾਹ। ਇਹ ਸਪਿਰਿਟ ਹੈ, ਇਹ ਜਿਹੜਾ ਸਪਿਰਿਟ ਹੈ, ਇਹ ਜਿਹੜੀ ਖਾਲਸੇ ਦੀ ਸਪਿਰਿਟ ਹੈ ਜਿਹੜੀ ਸਾਡੇ ਅੰਦਰ ਦੌੜਦੀ ਹੈ, ਇਹ ਸਾਨੂੰ ਵਿਰਸਾਈ ਹੋਈ ਹੈ, ਵਿਰਾਸਤ ਚ ਮਿਲੀ ਹੈ। ਇਹ ਬਾਬਾ ਬਿਧੀ ਚੰਦ ਜੀ ਦਾ ਜਦੋਂ ਦੌੜਦਾ ਹੈ ਤੇ ਫਿਰ ਬਾਬਾ ਬਿਧੀ ਚੰਦ ਜੀ ਦੇ ਬੱਚੇ ਹੋ ਕੇ ਅਸੀਂ ਦੁਨੀਆ ਚ ਕੰਮ ਨਾ ਕਰੀਏ, ਗੁਰੂ ਕਾ ਸੀਨਾ। ਔਰ ਬਾਬਾ ਜੀ ਨੂੰ ਐਡਾ ਵੱਡਾ ਵਰ ਗੁਰੂ ਹਰਗੋਬਿੰਦ ਸਾਹਿਬ ਨੇ ਦਿੱਤਾ ਹੋਇਆ, ਤੇ ਉਸ ਮਾਣਮੱਤੇ ਇਤਿਹਾਸ ਨੂੰ ਜਦੋਂ ਮੈਂ ਆਪਦੀ ਬੈਕਗਰਾਉਂਡ ਤੇ, ਮੇਰੀ ਫੈਮਿਲੀ ਜਾਂ ਮੇਰੇ ਛੀਨਾ ਭਾਈਚਾਰਾ ਜਾਂ ਸਿੱਖ ਭਾਈਚਾਰਾ ਆਪਦੀ ਉਹਨੂੰ ਬੈਕਗਰਾਉਂਡ 'ਚ ਦੇਖਦੇ ਆ, ਉਹ ਘੋੜਿਆਂ ਵਾਲੀਆਂ ਫੌਜਾਂ ਤੇ ਉਹ ਬਾਬਾ ਬਿਧੀ ਚੰਦ ਜੀ ਦਾ ਇਤਿਹਾਸ, ਇੱਕ ਗ੍ਰੇਟ ਸਿੱਖ ਸੋਲਜਰ ਵਾਲਾ, ਔਰ ਉਹਨਾਂ ਦੀ ਲਾਇਲਟੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ, ਔਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਿੱਖ ਮਾਰਸ਼ਲ ਆਰਟਸ ਸ਼ੁਰੂ ਕਰਨਾ, ਮੀਰੀ ਪੀਰੀ ਦੇ ਮਾਲਕ ਵੱਲੋਂ ਸਿੱਖ ਕੌਮ 'ਚ ਇੱਕ ਨਵੀਂ ਰੂਪ ਭਰਨੀ। ਔਰ ਇਹ ਬੜੀਆਂ ਵੱਡੀਆਂ ਗੱਲਾਂ ਨੇ ਜਿਹੜੀਆਂ ਮੈਂ ਸਮਝਦਾ ਮੇਰੇ ਲਈ ਮੋਟੀਵੇਸ਼ਨ ਨੇ ਜੀ। ਤੁਸੀਂ ਮੈਨੂੰ ਪੇਂਟਿੰਗ ਤਾਂ ਕਹੇ ਤਾਂ ਮੈਂ ਇਸ ਗੱਲ ਤੇ ਆਉਣਾ ਸੀ ਕਿ ਜੇ ਮੈਨੂੰ ਕੋਈ ਸਵਾਲ ਕਰਦਾ ਹੈ ਕਿ ਤੁਸੀਂ ਇਹ ਕਿਵੇਂ ਕਰ ਲੈਂਦੇ ਹੋ, ਤੁਹਾਨੂੰ ਬਹੁਤ ਮੁਸ਼ਕਲਾਂ ਹੁੰਦੀਆਂ ਹੋਣਗੀਆਂ, ਤੁਸੀਂ ਰਿਸੋਰਸਿਸ ਕਿਵੇਂ ਮੈਨੇਜ ਕਰਦੇ ਹੋ, ਤੁਸੀਂ ਕਿਵੇਂ ਦੁਨੀਆ 'ਚ ਲੋਕਾਂ ਨਾਲ ਸੰਪਰਕ ਸਾਧ ਕੇ ਇੰਟਰਨੈਸ਼ਨਲ ਨੈਟਵਰਕਿੰਗ ਕਰਦੇ ਹੋ, ਜਾਂ ਵਰਲਡ ਪੀਸ ਦੀ ਗੱਲ ਕਰਦੇ ਹੋ, ਜਾਂ ਯੂਨੀਵਰਸਲ ਬ੍ਰਦਰਹੁੱਡ ਦੀ ਗੱਲ ਕਰਦੇ ਹੋ, ਜਾਂ ਸਿੱਖੀ ਸ਼ਾਨ ਜਾਂ ਸਿੱਖੀ ਚੜ੍ਹਦੀ ਕਲਾ ਦੀ ਗੱਲ ਕਿਵੇਂ ਕਰਦੇ ਹੋ ਦੁਨੀਆ 'ਚ ਜਾ ਕੇ। ਮੈਂ ਨਹੀਂ ਕਰਦਾ ਜੀ, ਇਹ ਗੁਰੂ ਸਾਹਿਬ ਕਰਾਉਂਦੇ ਨੇ, ਉਹਨਾਂ ਦਾ ਆਸ਼ੀਰਵਾਦ ਕਰਾਉਂਦਾ ਹੈ, ਉਹ ਸਾਡੀ ਵਿਰਾਸਤ ਜਿਹੜੀ ਆ। ਦੋ ਤਿੰਨ ਹੈਂਡ ਹੋਰ ਰੇਜ਼ ਹੋਏ ਨੇ, ਆਪਾਂ ਜਰਾ ਉਹਨਾਂ ਦਾ ਵੀ ਸੁਣ ਲਈਏ। ਵੀਰ ਜੀ ਇੱਕ ਗੱਲ ਮੈਂ ਹੋਰ ਕਹਿਣੀ ਚਾਹਾਂਗਾ ਵੀਰ ਜੀ ਨੂੰ, ਇੱਕ ਸੁਜੈਸ਼ਨ ਹੈ ਮੇਰੀ, ਹਾਂਜੀ, ਕਿ ਜਿਹੜੀ ਆਪਾਂ 325ਵਾਂ ਸਾਲ ਇਹ ਕਰਾਉਣ ਜਾ ਰਹੇ ਹਾਂ। ਹਾਂਜੀ, ਉਹ ਮੈਂ ਅਜੇ ਗੱਲ ਰਹਿੰਦੀ ਹੈ ਜੀ, ਮੈਂ ਕੰਪਲੀਟ ਕਰਾਂਗਾ। ਤੁਹਾਡਾ ਕੁਐਸਚਨ ਮੇਰੇ ਮਨ ਵਿੱਚ ਹੈ, ਅਜੇ ਆਨਸਰ ਦਿੱਤਾ ਨਹੀਂ ਕਿ ਮੈਂ ਉਹਦਾ ਪੂਰਾ। ਮੈਂ ਇੱਕ ਸੁਜੈਸ਼ਨ ਦੇਣੀ ਚਾਹਾਂਗਾ ਬਸ ਉਹਦੀ, ਕਿਉਂਕਿ ਹੋਰ ਵੀ ਬਹੁਤ ਸਾਰੇ ਵੀਰਾਂ ਦੇ ਹੈਂਡ ਰੇਜ਼ ਨੇ,
ਕਿ ਸਾਡੀ ਕੌਮ ਵਿੱਚ ਪੜ੍ਹਨ ਦਾ ਰੁਝਾਨ ਹੁਣ ਅੱਗੇ ਨਾਲੋਂ ਵੱਧ ਰਿਹਾ ਹੈ। ਮੈਂ ਚਾਹੁੰਦਾ Very ਕਿ good. ਅਸੀਂ ਇਸ ਚੀਜ਼ ਨੂੰ ਫਰੰਟ ਤੇ ਲੈ ਕੇ ਆਈਏ। ਜਿੰਨਾ ਜ਼ਿਆਦਾ ਸਾਡਾ ਇਤਿਹਾਸ, ਸਾਡੇ ਸਕ੍ਰਿਪਚਰਸ ਜਾਂ ਗੁਰਬਾਣੀ ਵੀ, ਹੋਰ ਵੀ ਬੜਾ ਕੁਝ ਜਿਹੜੀਆਂ ਅੱਜ ਕੱਲ੍ਹ ਦੀਆਂ ਕਿਤਾਬਾਂ ਵੀ ਛਪ ਰਹੀਆਂ, ਸਪਿਰਿਚੁਅਲ ਬੁੱਕਸ ਜਿਹੜੀਆਂ ਸਿੱਖਾਂ ਦੀਆਂ, ਉਹ ਅਗਰ ਅਸੀਂ ਪੂਰੇ ਦੁਨੀਆ 'ਚ ਪੰਜਾਬ ਵਿੱਚ ਫੈਲਾ ਕੇ ਬੱਚਿਆਂ ਨੂੰ ਪੜ੍ਹਾਉਣ ਵਿੱਚ, ਪੜ੍ਹਨ ਦੀ ਰੁਚੀ ਪੈਦਾ ਕਰੀਏ, ਮੈਨੂੰ ਲੱਗਦਾ ਉਹ ਸਾਡਾ ਪ੍ਰਾਈਮ ਕੰਮ ਹੋਣਾ ਚਾਹੀਦਾ। ਕਿਉਂਕਿ ਤੁਸੀਂ ਆਪ ਐਜੂਕੇਸ਼ਨ ਡਿਪਾਰਟਮੈਂਟ 'ਚ ਹੋ ਔਰ ਇਹ ਕੰਮ ਨੂੰ ਤੁਸੀਂ ਸਹਿਜੇ ਹੀ ਲਾਗੂ ਕਰ ਸਕਦੇ ਹੋ। ਬਸ ਇੰਨੀ ਬੇਨਤੀ ਸੀ। ਬਹੁਤ ਵਧੀਆ ਜੀ। ਮੈਂ ਚਾਹਾਂਗਾ 2-3 ਜਿਹੜੇ ਹੋਰ ਵੀ ਕੋਈ ਰੇਜ਼ ਹੋਏ ਨੇ, ਆਪਾਂ ਉਹਨਾਂ ਦੀ ਵੀ ਗੱਲ ਸੁਣ ਲਈਏ ਜੀ, ਫਿਰ ਇਕੱਠਾ ਜਵਾਬ ਹਾਂਜੀ, ਮੈਂ ਦਿੰਦੇ ਜੀ। ਸਾਰਿਆਂ ਦਾ ਹੀ ਜਵਾਬ ਦਊਂਗਾ ਜੀ ਇਕੱਠੇ। ਹਾਂਜੀ ਹਾਂਜੀ, ਨੈਕਸਟ ਜੀ ਜਸਵਿੰਦਰ ਕੌਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈਲੋ, ਹਾਂਜੀ ਹਾਂਜੀ ਭੈਣ ਜੀ, ਆਵਾਜ਼ ਤੁਹਾਡੀ ਰੁਕ ਗਈ ਹੈ ਜੀ। ਹੈਲੋ, ਹਾਂ ਚਲੋ ਦੁਬਾਰਾ ਦੇਖਦੇ ਹਾਂ ਜੀ ਭੈਣ ਜੀ, ਦੁਬਾਰਾ ਟਰਾਈ ਕਰਦੇ ਹਾਂ ਜੀ। ਨੈਕਸਟ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹੁਣੇ ਡਾਕਟਰ ਸਾਹਿਬ ਦਾ ਜੀ ਵਿਚਾਰਾ ਸੁਣਦੇ ਸੀ, ਬੜਾ ਆਨੰਦ ਆਇਆ ਜੀ। ਤੇ ਮਨ ਚ ਵਿਚਾਰ ਇਹ ਸੀ, ਹੋ ਸਕਦਾ ਡਾਕਟਰ ਸਾਹਿਬ ਆਪਣੀ ਸੰਸਥਾ ਦੇ ਤੌਰ ਦੇ ਉੱਤੇ ਪਹਿਲਾਂ ਉਹਦੇ ਉੱਤੇ ਕੰਮ ਕਰ ਵੀ ਰਹੇ ਹੁਣ। ਵੈਸੇ ਰਵਿੰਦਰ ਵੀਰ ਜੀ ਨੇ ਟੌਪਿਕ ਛੇੜਿਆ ਸੀਗਾ, ਜਿਹੜਾ 4 ਸਾਲਾਂ ਬਾਅਦ 325 ਵਰੇ ਪੂਰੇ ਹੋਣਗੇ ਜੀ। ਤੇ ਉੱਥੇ ਮੈਨੂੰ ਲੱਗਦਾ ਉਸ ਸਮੇਂ ਦੇ ਉੱਤੇ ਬੜਾ ਵੱਡਾ ਸਮਾਗਮ ਹੋਏਗਾ ਔਰ ਬੜਾ ਵੱਡਾ ਇਹ ਸਾਰੀ ਕੌਮ ਦੇ ਵਿੱਚ ਲਿਆ, ਇਹਨੂੰ ਨੋਟਿਸ ਕੀਤਾ ਜਾਏਗਾ। ਪਰ ਮੈਂ ਦੇਖਦਾ ਵੱਡੇ ਸਮਾਗਮਾਂ ਉੱਤੇ ਜਿੰਨਾ ਵੀ ਹੁੰਦਾ, ਵਿਰਸੇ ਦੀ ਗੱਲ, ਵਿਰਾਸਤ ਦੀ ਗੱਲ ਬਹੁਤ ਹੁੰਦੀ ਹੈ, ਹੋਣੀ ਵੀ ਚਾਹੀਦੀ ਹੈ ਜੀ। ਤੇ ਸਾਡਾ ਵਿਰਸਾ ਹੈ ਵੀ ਮਹਾਨ, ਤੇ ਉਹਦੇ ਬਾਰੇ ਪਤਾ ਵੀ ਲੱਗਣਾ ਚਾਹੀਦਾ ਜੀ। ਤੇ ਪਰ ਉਹਦੇ ਵਿੱਚ ਮੈਨੂੰ ਲੱਗਦਾ ਵੀ ਸਾਨੂੰ ਬਹੁਤ ਜ਼ਿਆਦਾ ਜ਼ੋਰ, ਅੱਗੇ ਫਿਊਚਰ ਸਾਡਾ ਭਵਿੱਖ ਕਿੱਦਾਂ ਹੋਵੇ ਕੌਮ ਦੇ ਵਿੱਚ, ਸਾਡੇ ਪੰਥਕ ਜਥੇਬੰਦੀਆਂ, ਸਾਡੇ ਜਿੰਨੇ ਪਲੇਟਫਾਰਮ ਨੇ ਉਹਦੇ ਉੱਤੇ ਵੀ ਉਹ ਵਿਚਾਰ ਲੈ ਕੇ ਚੱਲਣ ਵੀ ਸਾਡਾ ਵਿਰਸਾ, ਇਤਿਹਾਸ ਤਾਂ ਮਹਾਨ ਹੈ ਹੀ ਹੈ, ਅੱਗੇ ਫਿਊਚਰ ਜਿਹੜਾ ਹੈਗਾ ਉਹਦੇ ਉੱਤੇ ਕਿਸ ਤਰ੍ਹਾਂ ਸੰਸਥਾਵਾਂ ਕੀ ਟਾਰਗੇਟ ਲੈ ਕੇ ਚੱਲੀਆਂ ਤੇ ਉਹ ਕਿੱਥੇ ਤੱਕ ਪਹੁੰਚਣਾ ਅਸੀਂ, ਹਰ ਕੇ ਐਜੂਕੇਸ਼ਨ ਤੇ ਹੋਰ ਜਿਹੜਾ ਅੱਜ ਕੱਲ੍ਹ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਸਾਡੇ ਕਰੀਅਰ ਗਾਈਡੈਂਸ, ਸਪਿਰਿਚੁਅਲ ਔਰ ਪ੍ਰੋਫੈਸ਼ਨਲ ਐਕਸਲੈਂਸ ਦੇ ਵਿੱਚ ਅਸੀਂ ਸਾਡੇ ਕੀ ਟਾਰਗੇਟਸ ਨੇ ਕੌਮ ਦੇ, ਇਹ 325 ਸਾਲਾਂ ਦੇ ਸਮਾਗਮ ਤੇ ਮੈਨੂੰ ਲੱਗਦਾ ਸਾਡਾ ਪ੍ਰਾਈਮ ਹੋਣਾ ਚਾਹੀਦਾ। ਬਹੁਤ ਅੱਛਾ ਜੀ, ਬਹੁਤ ਵਧੀਆ ਜੀ। ਹਾਂਜੀ, ਅੰਮ੍ਰਿਤਸਰ ਤੋਂ। ਹਾਂਜੀ, ਹੈਲੋ, ਹਾਂਜੀ ਹੈਲੋ, ਹਾਂਜੀ ਬਲਬੀਰ ਸਿੰਘ ਜੀ, ਤੁਹਾਡੀ ਵੀਡੀਓ ਨਹੀਂ ਆ ਰਹੀ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂਜੀ, ਮੈਂ ਡਾਕਟਰ ਸਾਹਿਬ, ਮੈਂ ਅੰਮ੍ਰਿਤਸਰ ਤੋਂ ਬੋਲਦਾ ਜੀ। ਹਾਂਜੀ ਹਾਂਜੀ, ਖਾਲਸਾ ਕਾਲਜ ਦਾ ਭਲਾਈ ਹੁੰਦੀ। ਤੇ ਮੈਂ ਡਾਕਟਰ ਨੂੰ ਕਹਿਣਾ ਚਾਹੁੰਦਾ ਕਿ ਇਹ ਵਰਲਡ ਦੇ ਵਿੱਚ ਚੱਲਦੇ ਆ, ਪਰ ਗੱਲ ਇਹ ਕਿ ਜਦੋਂ ਹੈ ਤੇ ਸਾਰੇ ਪਾਸੇ ਸਿੱਖ ਜਿਹਨੇ ਉਹ ਸਰਵਿਸ ਕਰਦੇ ਨੇ, ਤੇ ਪਰ ਜਦੋਂ ਕਿਸੇ ਹੋਰ ਕੰਮ ਵਾਸਤੇ ਲੋੜ ਪੈਂਦੀ ਹੈ ਤੇ ਸਾਰੇ ਸਿੱਖਾਂ ਨੂੰ ਟਾਰਗੇਟ ਕਰਦੇ ਆ, ਉਹਨਾਂ ਦੇ ਗੁਰਦੁਆਰਿਆਂ 'ਚ ਗੋਲੀਆਂ ਚਲਾਉਂਦੇ ਆ। ਕੀ ਇਹਨਾਂ ਦੀ ਪਹਿਚਾਣ ਇੰਨੀ ਨਹੀਂ ਰਹਿ ਜਾਂਦੀ ਕਿ ਉਹਨਾਂ ਨੂੰ ਇਹ ਸੇਵਾ ਪਤਾ ਲੱਗੇ ਕਿ ਜਦੋਂ ਸਾਡੇ ਨੈਚੁਰਲ ਕਲੈਮਿਟੀਜ਼ ਆਉਂਦੀਆਂ ਨੇ, ਜਾਂ ਜਦੋਂ ਵੀ ਕੋਈ ਦੇਸ਼ ਦੇ ਵਿੱਚ ਭੀੜਾ ਆਉਂਦੀ ਹੈ ਤੇ ਅਸੀਂ ਇਹ ਸੇਵਾ ਕਰਦੇ ਆ, ਪਰ ਸਾਡੀ ਆਇਡੈਂਟੀਟੀ ਜਿਹੜੀ ਹੈ ਉਹ ਉਹਨਾਂ ਤੱਕ ਨਹੀਂ ਪਹੁੰਚਦੀ, ਤੇ ਉਹ ਸਾਨੂੰ ਅੱਤਵਾਦੀਆਂ ਦੇ ਤੌਰ ਤੇ ਜਾਂ ਮੈਕਸੀਮਮ ਮੁਸਲਮਾਨ ਤੌਰ ਤੇ ਸਮਝ ਕੇ ਸਾਡੇ ਉੱਤੇ ਹਮਲੇ ਕਰਦੇ ਆ। ਇਸ ਗੱਲ ਵਾਸਤੇ ਜਿਹੜੇ ਨੇ ਡਾਕਟਰ ਸਾਹਿਬ ਨੂੰ ਕਹਿਣਾ ਕਿ ਕੁਝ ਐਸਾ ਪ੍ਰੋਵਾਈਡ ਕੀਤਾ ਜਾਵੇ ਜਿਹਦੇ ਨਾਲ ਇਹ ਸਾਡੀ ਪਹਿਚਾਣ, ਆਇਡੈਂਟੀਟੀ ਜਿਹੜੀ ਹੈ। ਬਹੁਤ ਅੱਛੇ ਜੀ, ਠੀਕ ਹੈ ਜੀ, ਠੀਕ ਹੈ ਜੀ, ਧੰਨਵਾਦ ਜੀ, ਧੰਨਵਾਦ। ਬਹੁਤ ਤਕੜਾ ਪੁਆਇੰਟ ਹੈ ਜੀ। ਹਾਂਜੀ ਹਾਂਜੀ, ਬਸ ਜੀ ਇੱਕ ਦੋ ਕੁਐਸਚਨ ਹੋਰ ਲੈ ਲੈਣੇ ਜੀ, ਫਿਰ ਸੰਖੇਪ ਵਿੱਚ। ਵਾਹਿਗੁਰੂ ਜੀ ਕੀ ਫਤਿਹ ਜੀ। ਕਾਨਪੁਰ ਤੋਂ ਸਾਡੇ ਨਾਲ ਨੇ ਜੀ ਵੀਰ ਜੀ। ਜੀ ਮੈਂ ਡਾਕਟਰ ਅਮਨਦੀਪ ਸਿੰਘ ਆ, ਇਥੋਂ IIT ਕਾਨਪੁਰ ਤੋਂ ਜੀ। ਤੇ ਡਾਕਟਰ ਦਵਿੰਦਰ ਸਿੰਘ ਨੂੰ ਐਡਰੈਸ ਕਰ ਰਹੇ ਹਾਂ ਜੀ। ਡਾਕਟਰ ਸਾਹਿਬ, ਮੇਰਾ NPTEL ਦੇ ਵਿੱਚ ਨਾ ਜਿਹਦਾ MOOCs ਪਲੇਟਫਾਰਮ ਹੈ, ਮੇਰੇ ਆਪਣੇ ਗੁਰੂ ਸਾਹਿਬ ਦੀ ਕਿਰਪਾ ਨਾਲ 7 ਜਾਂ 8 ਕੋਰਸਿਸ ਹੈਗੇ ਨੇ ਉੱਥੇ। ਤੇ ਭਾਈ ਸਾਹਿਬ ਜੀ, ਡਾਕਟਰ ਸਰਬਜੀਤ ਸਿੰਘ ਜੀ, ਤੁਸੀਂ ਜਿਹਦਾ MOOCs ਪਲੇਟਫਾਰਮ ਸੁਜੈਸਟ ਕੀਤੇ ਸੀਗੇ ਨਾ, ਇੱਕ MOOC, ਐਗਰੀਕਲਚਰਲ MOOC ਇੱਕ ਪਲੇਟਫਾਰਮ ਹੈ ਜਿਹਦੇ ਵਿੱਚ ਹਿੰਦੀ ਵਿੱਚ ਵੀ ਕੋਰਸਿਸ ਨੇ। ਲਾਈਕ ਕੋਰਸੇਰਾ ਤੁਸੀਂ ਸੁਜੈਸਟ ਕੀਤਾ, ਤੁਸੀਂ ਹੋਰ ਉਡੈਮੀ ਹੋਰ ਕਈ ਸੁਜੈਸਟ ਕੀਤੇ ਸੀ, ਐਡੈਕਸ ਵਗੈਰਾ ਸੁਜੈਸਟ ਕੀਤਾ ਸੀਗਾ। ਤੇ ਮੈਂ ਡਾਕਟਰ ਸਾਹਿਬ ਨੂੰ ਕਹਾਂਗਾ ਜਿਹੜਾ NPTEL ਦੇ ਵਿੱਚ ਕੀ ਹੁੰਦਾ ਜੀ, 7-8 ਕੋਰਸਿਸ ਮਿਲਾ ਕੇ ਨਾ, ਆਪਣੇ ਭਾਈ ਸਾਹਿਬ ਨੇ ਵੀ ਗੱਲ ਕੀਤੀ, ਪੜ੍ਹਾਈ ਦਾ ਬਹੁਤ ਰੁਝਾਨ ਵੱਧ ਰਿਹਾ। 7-8 ਕੋਰਸਿਸ ਬੱਚਾ ਕਰ ਲਵੇ, ਉਹਨੂੰ ਕੋਰਸ ਮਾਰਸ਼ਲ ਜਾਂ ਡਿਪਲੋਮਾ ਦਾ ਇਕੁਇਵਲੈਂਟ ਡਿਗਰੀ ਦੇ ਦਿੱਤੀ ਜਾਂਦੀ ਹੈ। ਔਰ ਮੈਂ ਚਾਹਤਾ ਸੀਗਾ ਕਿ ਡਾਕਟਰ ਸਾਹਿਬ ਤੁਸੀਂ ਸੁਜੈਸਟ ਕਰੋ ਕਿ ਅੱਜ ਦੀ ਡੇਟ ਦੇ ਵਿੱਚ, ਜਿੱਦਾਂ ਹੁਣ ਪ੍ਰੋਡਕਟ ਡਿਜ਼ਾਈਨ ਦੇ ਮੇਰੇ ਕੋਰਸਿਸ ਹੈਗੇ ਨੇ, ਸਾਡੇ ਇੱਥੇ ਕੋਰਸਿਸ ਹੈਗੇ ਨੇ,
ਅਸੀਂ ਹੁਣ ਵੀ ਬਹੁਤ ਬਿਜ਼ੀ ਚੱਲ ਰਹੇ ਹਾਂ ਜੀ। 7 ਜਾਂ 8 ਪ੍ਰੋਡਕਟਸ ਡਿਵੈਲਪ ਹੋਏ ਨੇ। ਫੇਸ ਮਾਸਕ ਹੈ, ਸਸਤਾ ਜਿਹਾ ਮਾਸਕ ਹੈ, ਸਸਤਾ ਜਿਹਾ ਫੇਸ ਸ਼ੀਲਡ ਹੈ, ਪੀਪੀ ਕਿਟਸ ਹੈਗੀ ਹੈ, ਵੈਂਟੀਲੇਟਰ ਹੈ, ਬਹੁਤ ਕੁਝ IIT ਕਾਨਪੁਰ 'ਚ ਡਿਵੈਲਪ ਹੋਇਆ ਹੈ ਜਿਹਦੇ ਵਿੱਚ ਹਿੱਸੇਦਾਰੀ ਰਹੀ ਹੈ। ਕੁਝ ਕੋਰਸਿਸ ਜਿਵੇਂ ਕੋਡਿੰਗ ਹੈ, प्रोडक्ट डिजाइन है, प्रोग्रामिंग है, ये सारे कोर्सेज बच्चे किहड़े कोर्सेज कर रहे हैं जिन्हें करियर डेवलपमेंट होवे। जे हो सके तो भाई साहब तुसीं वैसे बहुत ਵੱਡਾ ਉਪਰਾਲਾ ਕਰ ਰਹੇ ਹੋ ਭਾਈ ਸਾਹਿਬ ਸਰਬਜੀਤ ਸਿੰਘ ਜੀ। ਇਹ ਕੋਰਸਿਸ ਨੂੰ ਆਪਾਂ ਫਾਰਮਲਾਈਜ਼ ਕਰੀਏ। ਬੱਚਿਆਂ ਨੂੰ ਅਸੀਂ ਮੂਕਸ ਪਲੇਟਫਾਰਮ ਸਿਰਫ ਨਾਮ ਦੇ ਨਾਲ ਸ਼ਾਇਦ ਬਹੁਤ ਬੱਚੇ ਨਹੀਂ ਸਮਝ ਪਾਏ। ਉਸ ਦੇ ਵਿੱਚ ਕਿਹੜੀ ਇੰਟਰਸਟ ਦੇ ਹਿਸਾਬ ਨਾਲ ਬੱਚੇ ਦਾ ਜੇ ਇੰਟਰਸਟ ਕਾਮਰਸ ਦੇ ਵਿੱਚ ਹੈ, ਐਨਾਲਿਟਿਕਸ ਦਾ ਕੰਪਿਊਟਰ 'ਚ ਕੀ ਕਰ ਸਕਦਾ ਹੈ। ਜੇ ਬੱਚੇ ਦਾ ਇੰਟਰਸਟ ਇੰਜੀਨੀਅਰਿੰਗ ਵਿੱਚ ਹੈ, ਇੰਜੀਨੀਅਰਿੰਗ ਵਿੱਚ ਸਿਵਲ ਵਿੱਚ ਕੀ ਕਰ ਸਕਦਾ ਹੈ, ਮਕੈਨੀਕਲ 'ਚ ਕੀ ਕਰ ਸਕਦਾ ਹੈ। ਤੁਸੀਂ ਠੀਕ ਸਾਡੀ ਵੀ ਸੇਵਾ ਇਹਦੇ ਵਿੱਚ ਲਗਾ ਸਕਦੇ ਹੋ। ਭਾਈ ਸਾਹਿਬ ਇਹਦੇ ਬਾਰੇ ਮੈਂ ਇਹੀ ਬੇਨਤੀ ਕਰਾਂਗਾ, ਤੁਸੀਂ 2 ਦਿਨ ਬਾਅਦ 4 ਦਿਨ ਬਾਅਦ ਤੁਸੀਂ ਇੱਕ ਸੈਸ਼ਨ 10 ਮਿੰਟ ਦਾ ਲਵੋ ਜੀ, ਪਾਵਰ ਪੁਆਇੰਟ ਬਣਾ ਕੇ ਸੰਖੇਪ ਵਿੱਚ ਦੱਸੋ। 1 ਮਿੰਟ ਆਪਣਾ ਨਾਮ ਦੁਬਾਰਾ ਦੱਸਣਾ ਜੀ ਤੁਸੀਂ। ਮੈਂ ਜੀ ਡਾਕਟਰ ਅਮਨਦੀਪ ਸਿੰਘ। ਅਮਨਦੀਪ ਸਿੰਘ। ਹਾਂਜੀ ਅਮਨਦੀਪ ਸਿੰਘ। ਅੱਛਾ, ਤੁਹਾਡੀ ਸਪੈਸ਼ਲਾਈਜੇਸ਼ਨ ਕਾਹਦੇ 'ਚ ਹੈ ਜੀ? ਮੇਰੀ ਮਕੈਨੀਕਲ ਵਿੱਚ ਹੀ ਹੈ ਜੀ। ਮਕੈਨੀਕਲ ਵਿੱਚ IIT ਕਾਨਪੁਰ। ਹਾਂਜੀ ਹਾਂਜੀ ਬਹੁਤ ਵਧੀਆ ਜੀ, ਬਹੁਤ ਵਧੀਆ ਵੀਰ ਜੀ। ਅੱਛਾ ਸੁਜੈਸ਼ਨ ਹੈ ਤੇ ਮੈਂ ਬੇਨਤੀ ਕਰਾਂਗਾ ਤੁਸੀਂ 2-3 ਦਿਨਾਂ ਦੇ ਵਿੱਚ ਇੱਕ ਸੈਸ਼ਨ ਤੁਸੀਂ ਇਹਦੇ ਤੇ ਲਵੋ ਜੀ, ਮੂਕਸ ਦੇ ਉੱਤੇ, ਔਰ ਜਿਹੜੇ ਤੁਸੀਂ ਡਿਵੈਲਪ ਕੀਤੇ ਨੇ ਲਵੋ ਜੀ। ਠੀਕ ਹੈ ਜੀ, ਜ਼ਰੂਰ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਦੇਖੋ ਬੇਟਾ ਜੀ। ਹਾਂਜੀ ਕਰਨਜੀਤ ਸਿੰਘ ਜੀ। ਹਾਂਜੀ ਜੀ ਮੇਰੀ ਆਵਾਜ਼ ਆ ਰਹੀ ਵੀਰ ਜੀ? ਹਾਂਜੀ ਆ ਰਹੀ ਹੈ ਜੀ, ਆ ਰਹੀ ਹੈ ਜੀ। ਬਹੁਤ ਵਧੀਆ ਸਵਾਲ ਵੀ ਕੀਤੇ ਆ ਤੇ ਬੜਾ ਵਧੀਆ ਉਪਰਾਲਾ ਡਾਕਟਰ ਸਾਹਿਬ ਕਰਨ ਜਾ ਰਹੇ ਨੇ। ਮੇਰਾ ਵੀ ਸਵਾਲ ਉਸੇ ਦੇ ਹੀ ਸੰਬੰਧ ਵਿੱਚ ਕਰ ਹੈ ਕਿ ਮਤਲਬ ਸਿੱਖ ਕੌਮ ਦੇ ਵਿਚਕਾਰ ਸਮਾਗਮ ਹਰ ਵਾਰ ਬਹੁਤ ਵਧੀਆ ਹੁੰਦੇ ਨੇ। ਸਿੱਖ ਕੌਮ ਦਾ ਵਿਰਸਾ ਬਹੁਤ ਉੱਚਾ ਹੈ, ਸ਼ਹੀਦੀਆਂ ਦਾ ਵੀ ਹੈ, ਸੇਵਾ ਦਾ ਵੀ ਹੈ। ਉਹੀ ਬਾਬੇ ਨਾਨਕ ਦਾ ਜੋ ਲੰਗਰ ਚਲਾਇਆ ਹੋਇਆ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧਿਆ ਹੋਇਆ ਹੈ। ਪਰ ਅੱਜ ਦੇ ਜੇਕਰ ਅਸੀਂ ਵੀ ਦੇਖਦੇ ਹਾਂ ਤਾਂ ਸਿੱਖ ਕੌਮ ਜੇ ਫੇਮਸ ਹੈ ਤਾਂ ਸਿਰਫ ਲੰਗਰ ਦੇ ਲਈ ਜਾਂ ਦੂਸਰਿਆਂ ਦੀ ਹੈਲਪ ਕਰਨ ਲਈ ਹੀ ਜ਼ਿਆਦਾ ਫੇਮਸ ਹੈ। ਜੇ ਸਾਡੇ ਮੇਰਾ ਸਵਾਲ ਘੁੰਮ ਕੇ ਉੱਥੇ ਆ ਜਾਂਦਾ ਕਿ ਮੇਰਾ ਵੀ ਜੇ ਬੱਚਾ ਅੱਜ ਕੈਨੇਡਾ ਗਿਆ ਹੈ, ਕਿ ਸਾਡੇ ਬੱਚਿਆਂ ਲਈ ਹਿੰਦੁਸਤਾਨ, ਸਾਡੇ ਕੋਲ ਇੰਨਾ ਅਪਾਰ ਪੈਸਾ ਲੋਕਾਂ ਨੂੰ ਵੰਡਣ ਲਈ ਹੈ, ਤਾਂ ਕੀ ਸਾਡੇ ਕੋਲ ਕੋਈ ਐਸਾ ਨਹੀਂ ਹੈ ਕਿ ਸਾਡੇ ਕੋਲ ਵੀ ਇੱਥੇ IT ਪੰਜਾਬ 'ਚ ਹੋਵੇ ਕੋਈ, ਜਾਂ ਸਾਡੇ ਕੋਲ ਕੋਈ ਅੱਛਾ ਹਸਪੀਟਲ ਜਿਵੇਂ ਕ੍ਰਿਸਚੀਅਨ ਦੇ ਹਸਪੀਟਲ ਇੱਥੇ ਨੇ, ਹੋਰ ਇੰਨੇ ਸਾਰੇ ਮੈਡੀਕਲ ਕਾਲਜਿਸ ਇੱਥੇ ਨੇ ਗੌਰਮੈਂਟ ਦੁਆਰਾ ਹੈ। ਸਾਡੇ ਕੋਲ ਸਿੱਖਾਂ ਦੇ ਲਈ ਸਿੱਖ ਕੌਮ ਦੁਆਰਾ ਸਥਾਪਿਤ ਕੀਤਾ। ਈਵਨ ਕਿ ਇੱਕ ਮੀਰੀ ਪੀਰੀ ਹਸਪੀਟਲ ਅੰਬਾਲਾ ਤੋਂ ਬਾਹਰ ਜਾ ਕੇ ਹੈ, ਪਰ ਪੰਜਾਬ 'ਚ ਐਸਾ ਕੋਈ ਉਪਰਾਲਾ ਨਹੀਂ ਹੈ ਕਿ ਸਾਡੇ ਬੱਚਿਆਂ ਨੂੰ ਇੱਥੇ ਨੌਕਰੀਆਂ ਮਿਲਣ, ਸਾਡੇ ਬੱਚਿਆਂ ਲਈ ਕੋਈ ਅੱਛੇ ਉੱਚ ਕੋਰਸ ਹੋਣ ਇੱਥੇ ਮੈਡੀਕਲ ਦੇ। ਨਾ ਕੋਈ ਇਸ ਚੀਜ਼ ਦੇ ਬਾਰੇ ਵੀ ਸੋਚਿਆ ਹੈ ਤੇ ਬਹੁਤ ਵਧੀਆ ਗੱਲ ਹੈ ਤਾਂ ਕਿ ਸਾਡੇ ਦਿਲਾਂ ਦੇ ਟੁੱਟੇ ਬਾਹਰ ਨਾ ਭੇਜੀ। ਬਹੁਤ ਧੰਨਵਾਦ ਜੀ। ਸਮਾਂ ਸਾਡੇ ਕੋਲ ਬੜਾ ਸੀਮਤ ਹੈ। ਮੈਂ ਬੇਨਤੀ ਕਰਾਂਗਾ ਡਾਕਟਰ ਸਾਹਿਬ ਨੂੰ, ਡਾਕਟਰ ਦਵਿੰਦਰ ਸਿੰਘ ਜੀ ਨੂੰ, ਸੀਨਾ ਸਾਹਿਬ ਨੂੰ, ਕਿ ਬੜੇ ਸੰਖੇਪ 2-4 ਲਾਈਨਾਂ ਦੇ ਵਿੱਚ, ਸਾਡਾ ਸਮਾਂ ਖਤਮ ਹੋ ਚੁੱਕਾ ਹੈ, 2-4 ਲਾਈਨਾਂ ਦੇ ਵਿੱਚ ਤੁਸੀਂ ਸਮਾਪਤ ਕਰ ਦਿਓ ਜੀ। ਹਾਂਜੀ, ਮੈਂ ਤੁਹਾਡੀ ਆਗਿਆ ਨਾਲ 5 ਮਿੰਟ ਲਊਂਗਾ ਜੀ, ਕਿਉਂਕਿ ਸਾਰੇ ਗੁਰਸਿੱਖਾਂ ਨੇ ਬੜੇ ਵਧੀਆ ਗੱਲਾਂ ਕੀਤੀਆਂ ਨੇ ਔਰ ਇਹੀ ਮੈਂ ਚਾਹੁੰਦਾ ਸੀ ਕਿ ਇਹਨਾਂ ਗੱਲਾਂ, ਇਹਨਾਂ ਵਿਸ਼ਿਆਂ ਦੇ ਉੱਪਰ ਮੈਂ ਬੋਲਾਂ। ਜਿਹੜੇ ਹੁਣੇ ਵੀਰ ਜੀ ਬੋਲ ਕੇ ਹਟੇ ਆ, ਇਹਨਾਂ ਨੇ ਕਿਹਾ ਕਿ ਸਿਰਫ ਸਾਡਾ ਮਕਸਦ ਸਿੱਖਾਂ ਦਾ ਲੰਗਰ ਛਕਾਉਣਾ ਜਾਂ ਸੇਵਾ ਕਰਨੀ ਨਾ ਰਹਿ ਜੇ, ਆਪਣੇ ਬੱਚਿਆਂ ਬਾਰੇ ਵੀ ਸੋਚੀਏ। ਇਹ ਬਹੁਤ ਅੱਛੀ ਗੱਲ ਹੈ, ਬਹੁਤ ਅੱਛਾ ਪੁਆਇੰਟ ਇਹਨਾਂ ਨੇ ਰੇਜ਼ ਕੀਤਾ। ਵੀ ਆਰ ਆਲਰੇਡੀ ਵਰਕਿੰਗ ਔਨ ਇਟ। ਖਾਲਸਾ ਕਾਲਜ ਅੰਮ੍ਰਿਤਸਰ ਦਾ 128 ਵਰ੍ਹਿਆਂ ਦਾ ਲੰਬਾ ਇਤਿਹਾਸ, ਔਰ ਸਾਡੀ ਗਵਰਨਿੰਗ ਕੌਂਸਲ, ਮੇਰਾ 7ਵਾਂ ਵਰ੍ਹਾ ਗਵਰਨਿੰਗ ਕੌਂਸਲ ਦੇ ਵਿੱਚ, ਔਰ ਗਵਰਨਿੰਗ ਕੌਂਸਲ ਟਾਈਮ ਐਂਡ ਅਗੇਨ ਮੈਂ ਰੇਜ਼ ਕੀਤਾ ਪੁਆਇੰਟ, ਔਰ ਸਾਡੇ ਸੀਨੀਅਰਸ ਨੇ ਸਾਰਿਆਂ ਨੇ ਉੱਥੇ ਸਹਿਮਤੀ ਦਿੱਤੀ, ਅਪਰੂਵਲ ਦਿੱਤਾ ਹੈ। We had already approved the project for Khalsa College Hospital and Khalsa College, Khalsa Medical College. ਅਸੀਂ ਇੰਟਰਨੈਸ਼ਨਲ ਕੰਪਨੀਆਂ ਦੇ ਨਾਲ 2-3 ਕੰਪਨੀਆਂ ਇੰਟਰਨੈਸ਼ਨਲ ਦੇ ਨਾਲ ਮੀਟਿੰਗਸ ਵੀ ਕਰ ਚੁੱਕੇ ਹਾਂ ਆਲਰੇਡੀ। ਸਾਡੇ ਮੇਰੇ ਸੀਨੀਅਰ ਸਰਦਾਰ ਰਜਿੰਦਰ ਮੋਹਨ ਸਿੰਘ ਜੀ, ਸਰਦਾਰ ਰਜਿੰਦਰ ਮੋਹਨ ਸਿੰਘ ਜੀ ਚੀਨਾ ਆਨਰਰੀ ਸੈਕਟਰੀ ਨੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ, ਵੱਡੇ ਚੀਨਾ ਸਾਹਿਬ, ਔਰ ਉਹ ਮਟੀਰੀਅਲਾਈਜ਼ ਨਹੀਂ ਹੋ ਸਕਿਆ ਜੇ ਉਹਨਾਂ ਇੰਟਰਨੈਸ਼ਨਲ ਕੰਪਨੀਆਂ ਦੇ ਨਾਲ। ਪਰ ਜਿੱਦਾਂ ਦਾ ਹੁਣ ਇਹ ਕੋਵਿਡ ਕ੍ਰਾਈਸਿਸ ਹੈ, ਹੁਣ ਅਸੀਂ ਆਪਣੇ ਲੈਵਲ ਤੇ ਆਪਣੀ ਕੌਮ ਦੀ ਸਪੋਰਟ ਦੇ ਨਾਲ ਦੁਨੀਆ ਭਰ ਦੇ ਵਿੱਚ ਲਾਬਿੰਗ ਕਰਕੇ, ਔਰ ਜਿੰਨੇ ਸਾਡੇ ਅਲਮਨੀ ਨਾਰਥ ਅਮਰੀਕਾ 'ਚ, ਆਸਟ੍ਰੇਲੀਆ 'ਚ, ਯੂਰਪ, ਇੰਗਲੈਂਡ ਵਿੱਚ ਹੈ, ਅਸੀਂ ਚੈਪਟਰ ਵੀ ਬਣਾਤੇ ਸਾਡੀ ਅਲਮਨੀ ਐਸੋਸੀਏਸ਼ਨ ਨੇ, ਉਹਨਾਂ ਦਾ ਵੀ ਖਾਲਸਾ ਕਾਲਜ ਅੰਮ੍ਰਿਤਸਰ ਗਲੋਬਲ ਅਲਮਨੀ ਐਸੋਸੀਏਸ਼ਨ ਦਾ ਵੀ ਸਹਿਯੋਗ ਲੈ ਕੇ
ਔਰ ਸਾਰੇ ਗੁਰਸਿੱਖਾਂ ਦਾ ਸਹਿਯੋਗ ਲੈ ਕੇ, ਔਰ ਅਸੀਂ ਉਹ ਆਲਰੇਡੀ ਅਸੀਂ we had already put the project in the pipeline, ਔਰ ਹੁਣ ਇਹ ਲੋੜ ਬਣ ਚੁੱਕਿਆ ਕੌਮ ਦੀ ਕਿ ਇੰਟਰਨੈਸ਼ਨਲ ਸਟੈਂਡਰਡ ਦਾ ਸਾਡੀ ਆਲਰੇਡੀ ਇਹਦੇ 'ਚ ਤੈਅ ਹੋਇਆ ਕਿ ਉਸ ਹਸਪੀਟਲ ਦੇ ਵਿੱਚ ਐਮਰਜੈਂਸੀ ਕੇਸ ਵਾਇਆ ਹੈਲੀਕਾਪਟਰ ਆ ਕੇ ਬਾਹਰਲੇ ਮੁਲਕਾਂ ਵਾਂਗੂ ਉੱਥੇ ਵਿਦਨ ਫਿਊ ਮਿੰਟਸ ਪਹੁੰਚਾਇਆ ਜਾਏ। ਔਰ ਹੁਣ ਕਿਉਂਕਿ ਦੁਨੀਆ ਦੇ ਗਲੋਬਲ ਜਿਹੜੇ ਕੰਸਰਨ, ਗਲੋਬਲ ਜਿਹੜੇ ਹਾਲਾਤ ਇਦਾਂ ਦੇ ਬਣ ਗਏ ਆ, ਹੁਣ ਸਾਡਾ ਫੋਰਮੋਸਟ ਜਿਹੜਾ ਐਮਫੈਸਿਸ ਹੈ ਕਿ ਖਾਲਸਿਆਂ ਦਾ ਆਪਦਾ ਹਸਪੀਟਲ ਹੋਵੇ, ਅੰਤਰਰਾਸ਼ਟਰੀ ਮਿਆਰ ਦਾ ਹੋਵੇ ਔਰ ਬਹੁਤ ਟੌਪ ਦਾ ਹੋਵੇ, ਔਰ ਦੁਨੀਆ ਦੀਆਂ ਦੂਜੀਆਂ ਕੌਮਾਂ ਦੀ ਵੀ ਅਸੀਂ ਸਪੋਰਟ ਲਵਾਂਗੇ। ਪਹਿਲਾਂ ਆਪਣੀ ਕੌਮ ਦੀ ਸਪੋਰਟ ਲਵਾਂਗੇ, ਲੌਬਿੰਗ ਕਰਾਂਗੇ ਦੁਨੀਆ ਭਰ ਵਿੱਚ ਜਾ ਕੇ ਉਸ ਹਸਪੀਟਲ ਦੇ ਨਿਰਮਾਣ ਲਈ ਜੋ ਵੀ ਅਸੀਂ ਸਾਡੇ ਧਨੀ ਸੱਜਣ ਡੋਨੇਟ ਕਰ ਸਕੇ ਉਹ ਉਹਦੇ ਲਈ ਡੋਨੇਟ ਵੀ ਕਰਨਗੇ। ਖਾਲਸਾ ਕਾਲਜ ਕੋਲੇ ਆਪਦੀ ਬਹੁਤ ਚੋਖੀ ਵਧੀਆ ਜ਼ਮੀਨ ਹੈਗੀ ਹੈ ਜਿਹਦੇ ਤੇ ਉਹਦਾ ਨਿਰਮਾਣ ਹੋ ਸਕਦਾ ਹੈ, ਔਰ ਪ੍ਰੋਜੈਕਟ ਆਲਰੇਡੀ ਪਾਸ ਹੋਇਆ। ਖਾਲਸਾ ਕਾਲਜ ਦੀ ਜਿਹੜੀ ਮੈਨੇਜਮੈਂਟ ਉਹ ਵੀ ਉਹਦੇ 'ਚ ਇਨਵੈਸਟਮੈਂਟ ਕਰੇਗੀ। ਬਹੁਤ ਬਹੁਤ ਧੰਨਵਾਦ ਵੀਰ ਜੀ। ਅਸੀਂ ਇਹਨੂੰ ਅਸੀਂ ਤਰਜੀਹ ਤੇ ਕੰਮ ਕਰਾਂਗੇ। ਇੱਕ ਤਾਂ ਇਹ, ਦੂਜੀ ਗੱਲ ਜਿੰਨੇ PPE ਜਾਂ ਰੈਪਿਡ ਟੈਸਟ ਕਿਟਸ ਦੀ ਗੱਲ ਆਉਂਦੀ ਹੈ ਵਰਲਡ ਦੇ ਵਿੱਚ, ਜਾਂ ਪਰਸਨਲ ਪ੍ਰੋਟੈਕਸ਼ਨ ਜਿਹੜਾ ਇਕਵਿਪਮੈਂਟ ਹੈ PPE ਦੀ ਗੱਲ ਆਉਂਦੀ ਹੈ, ਇਹਦੇ ਨਿਰਮਾਣ ਲਈ ਵੀ ਅਸੀਂ ਉਹਦੇ ਨਾਲ ਹੀ ਇੱਕ ਸਾਈਡ ਪ੍ਰੋਜੈਕਟ ਵੀ ਚਾਹਾਂਗੇ ਕਿ ਉਹ ਵੀ ਸਾਡੇ ਬੱਚਿਆਂ ਨੂੰ ਵੀ ਰੁਜ਼ਗਾਰ ਮਿਲ ਜੇ ਤੇ ਅਸੀਂ PPE ਕਿਟਸ ਔਰ ਜਿਹੜਾ ਹੋਰ ਮੈਡੀਕਲ ਇਕਵਿਪਮੈਂਟ ਹੈ ਉਹ ਸਾਡੇ ਹਸਪੀਟਲ ਦੇ ਨਾਲ ਹੀ ਇੱਕ ਹੋਰ ਇਸ ਤਰ੍ਹਾਂ ਦਾ ਵੀ ਅਦਾਰਾ ਬਣ ਜੇ ਜਿਹਦੇ 'ਚ ਇਹਦਾ ਨਿਰਮਾਣ ਹੋ ਸਕੇ ਤਾਂ ਕਿ ਆਉਣ ਵਾਲੀਆਂ ਕੁਦਰਤੀ ਆਫਤਾਂ ਨੂੰ ਅਸੀਂ ਟੈਕਲ ਕਰ ਸਕੀਏ ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ। ਔਰ ਇਹ ਸਾਡਾ ਹਸਪੀਟਲ ਵੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਹੋਏ ਖਾਲਸਾ ਦਾ ਜਿਹੜਾ ਸਾਜਿਆ ਵਾ ਕਿ ਉਹਨੂੰ ਸਮਰਪਿਤ ਹੋਏਗਾ। 325 ਵਰੇ ਆ ਰਹੇ ਆ ਸੀ, ਉਸ ਤੋਂ ਪਹਿਲਾਂ ਵੀ ਆਰ ਵੈਰੀ ਮਚ ਕਮਿਟਡ ਔਰ ਆਪਟੀਮਿਸਟਿਕ ਕਿ ਅਸੀਂ ਇਹਦਾ ਨਿਰਮਾਣ ਕਰਦੀ। ਔਰ ਦੂਜੀ ਗੱਲ ਜਿਹੜੇ ਕੋਰਸਿਸ ਦੀ ਗੱਲ ਭਾਈ ਸਾਹਿਬ ਨੇ ਕੀਤੀ ਹੈ, ਜੋ ਮੇਰੀ ਆਪਦੀ ਚੋਚੀ ਜੀ ਸਟੱਡੀ ਹੈ, ਡਾਕਟਰ ਸਰਬਜੀਤ ਸਿੰਘ ਵੀ ਯੂਨੀਵਰਸਿਟੀ 'ਚ ਪੜ੍ਹਾਉਂਦੇ ਨੇ, ਬੜੇ ਸੀਨੀਅਰ ਪ੍ਰੋਫੈਸਰ, ਸਿੱਖ ਸਕਾਲਰ ਨੇ, ਔਰ ਮੈਂ ਸਮਝਦਾ ਹਾਂ ਕਿ ਸੌਫਟਵੇਅਰ ਕੋਰਸਿਸ ਨੀਡ ਆਫ ਦੀ ਆਵਰ ਰਾਈਟ ਨਾਓ, ਔਰ ਜਿਹੜਾ ਵਰਕ ਫਰਮ ਹੋਮ ਨੀਡ ਆਫ ਦੀ ਆਵਰ, ਆਨਲਾਈਨ ਸਟੱਡੀਜ਼ ਮੋਰ ਐਮਫੈਸਿਸ ਥਰੂ ਦ ਵਰਲਡ, ਇਹਨੂੰ ਮੁੱਖ ਰੱਖ ਕੇ ਸਾਰੇ ਸਾਡੇ ਕਾਲਜ ਦੇ ਵਿੱਚ ਵੀ ਕੋਰਸਿਸ ਇਸ ਤਰ੍ਹਾਂ ਦੇ ਇੰਟਰੋਡਿਊਸ ਇਨ ਫਿਊਚਰ ਸਾਡੀਆਂ ਸੰਸਥਾਵਾਂ ਵਿੱਚ ਵੀ ਕੀਤੇ ਜਾਣਗੇ ਉੱਥੇ। ਔਰ ਜਿਹੜੇ ਇਹਨਾਂ ਨੇ ਕੋਰਸਿਸ ਸੁਝਾਏ ਸੀ ਵੀਰ ਜੀ ਡਾਕਟਰ ਅਮਨਦੀਪ ਸਿੰਘ ਹੋਣਾ ਨੇ, ਉਹ ਵੀ ਇਨਕੋਰਪੋਰੇਟ ਕਰਾਂਗੇ, ਉਹ ਖਾਲਸਾ ਕਾਲਜ ਦੇ ਅਦਾਰਿਆਂ ਵਿੱਚ ਵੀ ਹੋ ਸਕਣ। ਵੈਰੀ ਨਾਈਸ। ਔਰ ਜਿਹੜੇ ਜਿੱਥੇ ਇਹਨਾਂ ਦੇ ਹੁੰਦੇ ਅਸੀਂ ਆਪਦੇ ਸਟੂਡੈਂਟਸ ਨੂੰ ਗਾਈਡ ਕਰਾਂਗੇ ਸੋ ਦੈਟ ਦੇ ਕੁਡ ਹੈਵ ਦਾ ਐਡਮਿਸ਼ਨ ਓਵਰ ਦੇਅਰ। ਔਰ ਇੱਕ ਖਾਲਸਾ ਜੀ ਨੇ ਗੱਲ ਕੀਤੀ ਸੀ ਕਿ ਸਾਡੇ ਕੋਲ ਪ੍ਰੋਜੈਕਟ ਕੀ ਹੈ, ਮੈਂ ਲਾਸਟ ਉਸ ਪੁਆਇੰਟ ਤੇ ਆਉਣਾ ਚਾਹੁੰਦਾ। ਬਹੁਤ ਗੁਰਸਿੱਖ ਸੱਜਣ ਸਾਡੇ ਵੀਰ ਜੀ ਨੇ ਬਹੁਤ ਅੱਛਾ ਪੁਆਇੰਟ ਵੀ ਆਪਾਂ ਫੰਕਸ਼ਨ ਰੱਖ ਲੈਣੇ, ਫੰਕਸ਼ਨਾਂ ਦੇ ਵਿੱਚੋਂ ਲਾਈਨ ਆਫ ਐਕਸ਼ਨ ਨਿਕਲਣੀ ਚਾਹੀਦੀ ਹੈ, ਕੌਮ ਨੂੰ ਕੀ ਡਾਇਰੈਕਸ਼ਨ ਮਿਲੀ ਹੈ। ਮੈਂ ਇਤਕੀ ਸਾਡੀ ਖਾਲਸਾ ਕਾਲਜ ਦੀ ਐਲੂਮਨੀ ਮੀਟ ਸੀਗੀ ਔਰ ਮੈਨੂੰ ਉੱਥੇ ਬੋਲਣ ਦਾ ਮੌਕਾ ਮਿਲਿਆ ਦਾਸ ਨੂੰ, ਤੇ ਮੈਂ ਉਹਦੇ 'ਚ ਕਿਹਾ ਕਿ ਜਦੋਂ ਖਾਲਸਾ ਨਿਰਾਸ਼ ਹੋ ਗਿਆ ਸੀ ਨਾ, ਜਦੋਂ ਖਾਲਸਾ ਡਾਇਰੈਕਸ਼ਨ ਭਾਲਦਾ ਸੀ, ਖਾਲਸੇ ਨੂੰ ਲੋੜ ਸੀ ਕਿ ਹੁਣ ਗਾਹਾਂ ਸਿੱਖ ਮੂਵਮੈਂਟ ਕਿੱਧਰ ਨੂੰ ਜਾਣੀ ਹੈ, ਉਦੋਂ ਅੰਗਰੇਜ਼ਾਂ ਨੇ ਇਹ ਪੋਜ਼ਿਟਿਵ ਕੰਮ ਕੀਤਾ ਕਿ ਉਹ ਇਸ ਕਾਲਜ ਨੂੰ ਵੀ ਲਾਹੌਰ ਬਣਾਉਣਾ ਚਾਹੁੰਦੇ ਸੀ, ਪਰ ਸਾਡੇ ਵਿਦਵਾਨ ਸਿੱਖਾਂ ਨੇ ਯਤਨ ਕਰਕੇ ਗੁਰੂ ਹਰਗੋਬਿੰਦ ਸਾਹਿਬ ਦੀ ਪਵਿੱਤਰ ਧਰਤੀ ਤੇ ਬਣਾਉਣ ਲਈ ਰਾਜੀ ਕਰ ਲਿਆ ਤੇ ਉੱਥੇ ਬਣਿਆ। 128 ਵਰੇ ਹੋ ਗਏ ਉਸ ਸੰਸਥਾ ਨੂੰ ਬਣਿਆ ਨੂੰ। ਸਮਾਂ ਸਾਡਾ ਕਾਫੀ ਹੋ ਗਿਆ ਜੀ, ਆਵਾਜ਼ ਦੀ ਵੀ ਥੋੜੀ ਪ੍ਰੋਬਲਮ ਹੋ ਰਹੀ ਹੈ। ਹਾਂਜੀ ਵੀਰ ਜੀ, ਕਿ ਸਾਡਾ ਮਕਸਦ ਇਹ ਹੋਣਾ ਚਾਹੀਦਾ ਵੀ ਕੌਮ ਨੂੰ ਡਾਇਰੈਕਸ਼ਨ ਮਿਲੇ। ਸਾਡੀ ਗਵਰਨਿੰਗ ਕੌਂਸਲ, ਸਾਡੇ ਜਿਹੜੇ ਐਲੂਮਨੀ ਮੀਟਸ ਦੇ ਵਿੱਚ ਵੀ ਮੈਂ ਵੀ ਇਹੀ ਗੱਲਾਂ ਕਹਿਣਾ ਕਿ ਕੱਲਾ ਫੰਕਸ਼ਨ ਕਰਾ ਲੈਣਾ ਨਹੀਂ, ਡਾਇਰੈਕਸ਼ਨ ਮਿਲਣੀ ਚਾਹੀਦੀ ਹੈ ਕਿ ਉਹਨਾਂ ਦੀਆਂ ਐਸਪੀਰੇਸ਼ਨਸ ਕੌਮ ਦੀਆਂ ਕਿਵੇਂ ਪੂਰੀਆਂ ਹੋਣ, ਉਧਰਲੇ ਪਾਸੇ ਸਿਹਤ ਹੋਣੀ ਚਾਹੀਦੀ ਹੈ। ਔਰ ਇੰਟਰਨੈਸ਼ਨਲ ਕਾਨਫਰੰਸ ਅਸੀਂ ਪਲਾਨ ਕਰ ਸਕਦੇ ਹਾਂ, ਵਰਲਡ ਦੇ ਡਿਗਨਿਟਰੀਜ਼, ਵਰਲਡ ਦੇ ਲੋਕਾਂ ਨਾਲ ਰਾਬਤਾ ਜੋੜ ਕੇ, ਵੱਖ-ਵੱਖ ਧਰਮਾਂ ਦੇ ਜਿਹੜੇ ਮੁਖੀ ਨੇ, ਕ੍ਰਿਸਚੀਅਨਿਟੀ ਦੇ ਨੇ, ਬੁੱਧ ਧਰਮ ਦੇ ਨੇ, ਹਿੰਦੂ ਧਰਮ ਦੇ ਨੇ, ਹੋਰ ਜਿਹੜੀਆਂ ਕੌਮਾਂ ਨੇ ਦੁਨੀਆ ਭਰ ਦੇ ਵਿੱਚ ਕਿੰਨੀਆਂ ਨੇ, ਯਹੂਦੀ ਨੇ, ਉਹਨਾਂ ਸਾਰੀਆਂ ਕੌਮਾਂ ਦੇ ਮੁਖੀਆਂ ਨੂੰ ਉਸ ਫੰਕਸ਼ਨ 'ਚ ਬੁਲਾਇਆ ਜਾਵੇ, ਅੰਬੈਸਡਰਸ ਦੁਨੀਆ ਦੇ ਆਉਣ ਔਰ ਉਹਦੇ ਵਿੱਚ ਕੌਮ ਦਾ ਸੈਟਅਪ ਬਣੇ, ਕੋਈ ਸੈਟਅਪ ਬਣੇ, ਮੁਹਾਂਦਰਾ ਬਣੇ ਜਿਹਦੇ ਨਾਲ ਆਪਣੀ ਯੂਥ ਨੂੰ ਡਾਇਰੈਕਸ਼ਨ ਦੇਣ ਲਈ ਕੋਈ ਰਾਹ ਪੱਧਰਾ ਹੋ ਸਕੇ। ਵੀ ਆਲ ਸ਼ੁੱਡ ਵਰਕ। ਕੱਲਾ ਮੈਂ ਨਹੀਂ ਕਰ ਸਕਦਾ, ਇਹ ਸਾਰੇ ਆਪਣੇ ਸਿੱਖਾਂ ਦਾ ਇੱਕ ਸਾਂਝਾ ਪ੍ਰੋਜੈਕਟ ਹੈ। ਐਂਡ ਸਿੰਸੀਅਰਲੀ ਮੈਂ ਸਮਝਦਾ ਹੁੰਦਾ, ਮੈਂ ਜਿੱਥੇ ਵੀ ਬੋਲਦਾ ਮੈਂ ਇਹ ਕਹਿਣਾ
A Sikh should be a very true Khalsa by heart, and the Sikh should be very, very sincere from the bottom of his or her heart. If we are sincere like that, we could be the conquerors of the world. साडा member parliament Canada च किन्ने हैगे ने? साडा एलमनी सुख धालीवाल जी कैनेडा दा लीडिंग MP है, चौथी बारी member parliament बने हैं, और जिहड़ा उत्थे हेरीटेज मंथ कैनेडा दी गवर्नमेंट तो कराया, ट्रूडो साहब नाल रल के साडे जिहड़े मैंबर पार्लीमेंट पंजाबी कितना अच्छा काम कर रहे हैं, किन्ने साडे बच्चों नूं उत्थों सेध मिलदी है कैनेडा दे विच। सेम सॉर्ट ऑफ थिंग्स शुड हैपन इन इंडिया इन अदर पार्ट्स ऑफ द वर्ल्ड आल्सो। तो मैं सारियां दा बड़ा धन्नवादी हां। मैं बहुत कुछ धन्नवाद वीर जी। वाहिगुरू जी, वाहिगुरू जी का खालसा, वाहिगुरू जी की फतेह। बहुत बहुत धन्नवाद। समा साडे कोल बड़ा सीमित सी, पर वीर जी ने फिर भी कोशिश की है सारे सवालों के जवाब हो सकन। मैं सारी संगत का धन्नवाद करदा, और आपां इस चर्चा नूं जारी रखांगे। वीर जी नाल भी समय समय ते असीं फिर मुलाकात करते रहांगे। सो अज दी क्लास की इत्थे ही समाप्ति है जी। फतेह प्रवान करना जी। सवेरे 11:30 बजे आपां दोबारा मिलांगे जी। वाहिगुरू जी का खालसा, वाहिगुरू जी की फतेह।